ਦੁਨੀਆ ਕਿੱਥੇ ਪਹੁੰਚ ਗਈ ਆ। ਅਸੀਂ ਆਧੁਨਿਕ ਯੁੱਗ 'ਚ ਤੁਰੇ ਫਿਰਦੇ ਆ। ਕਿਸੇ ਦੇ ਘਰ ਅੱਗੇ ਸਾਲਾਂ ਤੋਂ ਢੇਰ ਲੱਗੇ ਹੋਣ, ਉਹ ਸਰਕਾਰਾਂ ਨੂੰ ਵੀ ਕਵਾਂਗੇ ਆਪਾਂ, ਉਸ ਪ੍ਰਸ਼ਾਸਨ ਨੂੰ ਆਪਾਂ ਭਾਜਪਾ ਕਹਿੰਦੀ ਕਾਂਗਰਸ ਨੇ ਕੀ ਕੀਤਾ, ਕਾਂਗਰਸ ਕਹਿੰਦੀ ਆ ਤੁਸੀਂ ਹੁਣ 9-10 ਸਾਲ 'ਚ ਤੁਸੀਂ ਕੀ ਕੀਤਾ। ਇਹਦੇ ਵਿੱਚ ਆਮ ਜਨਤਾ ਦਾ ਕੀ ਕਸੂਰ ਹੈ ਜੀ? ਚੰਡੀਗੜ੍ਹ ਦੀ 15 ਲੱਖ ਜਿਹੜੀ ਜਨਤਾ ਉਹਦਾ ਕੀ ਕਸੂਰ ਹੈ? ਡੱਡੂ ਮਾਜਰਾ ਦਾ ਕੀ ਕਸੂਰ ਹੈ? ਸਪੈਸ਼ਲ ਮੀਟਿੰਗ ਇਸ ਮੁੱਦੇ ਨੂੰ ਲੈ ਕੇ ਸੀਗੀ ਤੇ ਆਮ ਆਦਮੀ ਪਾਰਟੀ ਨੂੰ ਚਾਹੀਦਾ ਸੀਗਾ ਉਹ ਇਸ ਮੁੱਦੇ ਤੋਂ ਹੀ ਜਿਹੜੀ ਹਾਊਸ ਦੀ ਮੀਟਿੰਗ ਹੈ ਉਹਦੀ ਸ਼ੁਰੂਆਤ ਕਰਨ। ਤੇ ਆਮ ਆਦਮੀ ਪਾਰਟੀ ਨੇ ਪੂਰੀ ਜਨਤਾ ਨੇ ਦੇਖਿਆ ਅਲੂਲ ਫਜੂਲ ਜੇ ਇਹਨਾਂ ਨੇ ਮੁੱਦੇ ਚੱਕੇ। ਇਸ ਦੀ ਗੱਲਬਾਤ ਰੱਖਣ ਆਮ ਆਦਮੀ ਪਾਰਟੀ ਨੂੰ ਛੱਡਿਆ ਕਿੰਨੇ ਦਿਨ ਹੋਏ? ਮੈਨੂੰ ਜੀ ਹਲੇ 1-2 ਮਹੀਨੇ ਹੀ ਹੋਏ ਆ। 1 ਮਹੀਨਾ। ਉਹ ਹੁਣ ਤੁਹਾਨੂੰ ਉਲਝ ਲੂਲ ਲੱਗਣ ਲੱਗ ਪਈ, ਜਿੱਤੇ ਤੇ ਉਹਨਾਂ ਦੀ ਟਿਕਟ ਤੇ ਤੁਸੀਂ। ਇਹਨਾਂ ਦੀ ਲੀਡਰਸ਼ਿਪ 'ਚ ਕਮੀ ਹੈ। ਲੀਡਰਸ਼ਿਪ ਜਿਹੜੀ ਸਾਡੇ ਵੀ ਤਾਂ ਕਿੰਨੇ, ਅਸੀਂ ਤਾਂ 3 ਆਏ ਆ ਜਿਹੜੇ ਦੁਆਰ ਤੋਂ ਚੁਣ ਕੇ ਆਏ ਆ ਬੀਜੇਪੀ ਦੇ, ਬਾਕੀ ਤਾਂ ਸਾਰੇ ਫਸਟ ਟਾਈਮਰ ਨੇ। ਸਾਡੇ ਵਾਲੇ ਤਾਂ ਕੋਈ ਇਹੋ ਜਿਹਾ ਕੰਮ ਨਹੀਂ ਕਰਦੇ ਉਹ, ਕਿਉਂਕਿ ਸਾਡੀ ਲੀਡਰਸ਼ਿਪ ਅੱਛੀ ਹੈ। ਰਿਕਾਰਡ ਵੀਡੀਓ ਹੈਗੀ ਉਹਦੀ, ਇਹਨਾਂ ਨੇ ਖੁਦ ਵਿਰੋਧ ਕੀਤਾ ਹੈ ਵੀ ਇਹ ਨਹੀਂ ਲੱਗਣਾ ਚਾਹੀਦਾ। 1 ਮਹੀਨੇ ਬਾਅਦ ਇਹਨਾਂ ਦੀ ਪਾਲਿਸੀ ਚੇਂਜ ਹੋ ਗਈ ਹੈ। ਤੇ ਤੁਸੀਂ ਕੀ ਸਮਝਦੇ ਹੋ ਜਿਹੜੇ 1 ਮਹੀਨੇ ਦਾ ਸਟੈਂਡ ਨਹੀਂ ਰੱਖ ਸਕਦੇ ਉਹ ਡੰਪਿੰਗ ਗਰਾਊਂਡ ਨੂੰ ਖਤਮ ਕਰ ਦੇਣਗੇ? ਸਾਰਾ ਝੂਠ ਹੈ। ਪਰ ਭਾਰਤੀ ਜਨਤਾ ਪਾਰਟੀ ਬਹੁਤ ਸਟਰੋਂਗ ਪਾਰਟੀ ਹੈ। ਮੋਦੀ ਸਾਹਿਬ ਦੀ ਸਰਕਾਰ ਬੜੀ ਸਟਰੋਂਗ ਹੈ। ਤੁਸੀਂ ਕਹਿੰਦੇ ਜੇ ਵੀ ਦੁਨੀਆ ਭਰ ਦੀ ਸਭ ਤੋਂ ਵੱਡੀ, ਸਭ ਤੋਂ ਵੱਧ ਮੈਂਬਰਸ਼ਿਪ ਵਾਲੀ ਪਾਰਟੀ ਹੈ। ਵਿਜ਼ਨ ਹੈ ਤੁਹਾਡੇ ਕੋਲ। 7 ਸਾਲਾਂ 'ਚ ਜੇ ਉਹ ਕੂੜਾ ਘਟਣ ਦੀ ਥਾਂ ਤੇ ਵਧਿਆ ਤੇ ਫਿਰ ਸਵਾਲ ਤੇ ਉੱਠਣਗੇ। ਹੁਣ ਡੰਪਿੰਗ ਗਰਾਊਂਡ ਦਾ 400 ਕਰੋੜ ਦਾ ਪ੍ਰੋਜੈਕਟ ਪਾਸ ਕਰਾਉਣ ਨੂੰ ਮੈਡਮ ਆ ਗਏ ਨੇ। ਪਹਿਲਾਂ ਕਿੱਥੇ ਸੀ? ਜਨਤਾ ਮਰ ਰਹੀ ਸੀ, ਲਾਸ਼ਾਂ ਗਿਰ ਰਹੀਆਂ ਸੀ, ਕਿੱਥੇ ਸੀ? ਡੱਡੂ ਮਾਜਰਾ ਸਕਿਨ ਪ੍ਰੋਬਲਮ ਹੈ, ਬੱਚੇ ਹਸਪਤਾਲਾਂ 'ਚ 4-4 ਘੰਟੇ ਲਾਈਨ 'ਚ ਲੱਗੇ ਕਾਰਡ ਨੂੰ ਅਪਡੇਟ ਕਰਦੇ ਨੇ, ਕਿੱਥੇ ਨੇ ਮੈਡਮ? ਕੋਈ ਦੇਖਦਾ ਜਾ ਕਿੰਨੀ ਬਿਮਾਰੀਆਂ ਉੱਥੇ। ਸ਼ੀਸ਼ਾ ਬੋਲਦਾ ਸੱਚ। ਅੱਜ ਗੱਲ ਕਰਾਂਗੇ ਬਿਊਟੀਫੁਲ ਸਿਟੀ ਚੰਡੀਗੜ੍ਹ ਦੀ। ਚੰਡੀਗੜ੍ਹ ਵਿਚਲੀ ਇੱਕ ਗੰਦਗੀ ਦੀ ਗੱਲ ਵੀ ਹੋਊਗੀ, ਕਿਉਂਕਿ ਕਈ ਸਾਲਾਂ ਤੋਂ ਡੱਡੂ ਮਾਜਰਾ ਕਲੋਨੀ ਤੁਸੀਂ ਬਹੁਤ ਸੁਣੀ ਹੋਊਗੀ। ਡੱਡੂ ਮਾਜਰਾ ਕਲੋਨੀ ਵਿੱਚ ਇੱਕ ਡੰਪਿੰਗ ਗਰਾਊਂਡ ਹੈ। ਡੰਪਿੰਗ ਗਰਾਊਂਡ ਦਾ ਮਤਲਬ ਹੈ ਕੂੜੇ ਦਾ ਢੇਰ ਹੈ। ਆਪਾਂ ਦਿੱਲੀ ਜਾਂਦੇ ਆ, ਉੱਥੇ ਵੀ ਜਦੋਂ ਐਂਟਰ ਕਰਦੇ ਤੇ ਖੱਬੇ ਸਾਨੂੰ ਕੂੜੇ ਦੇ ਢੇਰ ਦਿਖਦੇ ਨੇ। ਤੇ ਕੂੜੇ ਦਾ ਢੇਰ ਚੰਡੀਗੜ੍ਹ ਵੱਧਦਾ ਜਾ ਰਿਹਾ, ਉਹਦੇ ਤੇ ਰੱਜ ਕੇ ਸਿਆਸਤ ਹੋ ਰਹੀ ਹੈ। ਉਹ ਢੇਰ ਨੀਵਾਂ ਤਾਂ ਨਹੀਂ ਹੋ ਰਿਹਾ, ਪਰ ਨਾਅਰੇਬਾਜ਼ੀ ਤੇਜ਼ ਹੋ ਰਹੀ ਹੈ। ਤੁਸੀਂ ਕਾਰਪੋਰੇਸ਼ਨ 'ਚ ਪਿਛਲੇ ਸਮੇਂ 'ਚ ਦੇਖੀ ਹੋਊਗੀ। ਸੋ ਇਹਦੇ ਸੰਬੰਧ 'ਚ ਚਰਚਾ ਕਰਾਂਗੇ। ਅੱਜ 3 ਮਹਿਮਾਨ ਸਾਡੇ ਸਟੂਡੀਓ ਆਏ ਨੇ। ਜਸਬੀਰ ਸਿੰਘ ਲਾਡੀ ਜਿਹੜੇ ਆਮ ਆਦਮੀ ਪਾਰਟੀ ਦੇ ਕਾਉਂਸਲਰ ਨੇ, ਔਰ ਸੀਨੀਅਰ ਡਿਪਟੀ ਮੇਅਰ ਰਹੇ ਕਾਉਂਸਲਰ ਮਹੇਸ਼ਿੰਦਰ ਸਿੱਧੂ ਜੀ ਜਿਹੜੇ ਭਾਰਤੀ ਜਨਤਾ ਪਾਰਟੀ ਵੱਲੋਂ ਨੇ, ਤੇ ਕਾਂਗਰਸ ਵੱਲੋਂ ਨੇ ਤਰਨਾ ਮਹਿਤਾ ਜੀ। ਜੀ ਆਇਆਂ ਨੂੰ ਜੀ। ਪਹਿਲਾਂ ਸਿੱਧੂ ਜੀ ਤੁਹਾਡੇ ਤੋਂ ਗੱਲ ਸ਼ੁਰੂ ਕਰਦੇ ਹਾਂ। ਥੋੜ੍ਹਾ ਜਿਹਾ ਬਰੀਫ ਕਰੋ ਵੀ ਡੱਡੂ ਮਾਜਰਾ ਕੂੜੇ ਦਾ ਢੇਰ ਹੈ ਕੀ ਹੈ, ਇਹ ਕਿਹਦੀ ਪੈਦਾਇਸ਼ ਹੈ, ਕਿੱਥੋਂ ਚੱਲਿਆ ਸੀ, ਕਿੱਥੇ ਪਹੁੰਚਿਆ, ਤੇ ਹੁਣ ਰੌਲਾ ਕੀ ਹੈ? ਲੋਚਨ ਜੀ, ਪਹਿਲਾਂ ਬਹੁਤ ਤੁਹਾਡਾ ਧੰਨਵਾਦ, ਤੁਸੀਂ ਅੱਜ ਇਸ ਆਪਣੇ ਚੈਨਲ ਤੇ ਬੁਲਾਇਆ। ਇਹ ਬਹੁਤ ਵੱਡਾ ਮੁੱਦਾ ਚੰਡੀਗੜ੍ਹ ਸ਼ਹਿਰ ਵਾਸਤੇ ਹੈ। ਹਰ ਇਲੈਕਸ਼ਨ 'ਚ, ਔਰ ਮੈਂ ਸਮਝਦਾ ਇਲੈਕਸ਼ਨ ਦਾ ਹੀ ਮੁੱਦਾ ਨਹੀਂ, ਇਹ ਸ਼ਹਿਰ ਦਾ ਮੁੱਦਾ ਹੈ ਕਿ ਇੱਕ ਡੰਪਿੰਗ ਗਰਾਊਂਡ ਡੱਡੂ ਮਾਜਰੇ ਜੋ ਹੈ ਉਹਦਾ ਹਰ ਇਲੈਕਸ਼ਨ 'ਚ, ਹਰ ਆਪਾਂ ਜੋ ਕਹੀਏ ਇਲਾਕੇ 'ਚ ਜਾਈਏ ਚੰਡੀਗੜ੍ਹ 'ਚ, ਉਹਦਾ ਆਵਾਜ਼ ਉੱਠਦੀ ਹੈ, ਲੋਕਾਂ ਵੱਲੋਂ ਆਉਂਦੀ ਹੈ, ਅਖਬਾਰਾਂ 'ਚ ਆਉਂਦੀ ਹੈ, ਚੈਨਲਸ ਤੇ ਆਉਂਦੀ ਹੈ। ਡਿਸਕਸ਼ਨ ਡਿਬੇਟ ਬਹੁਤ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ। ਬਦਬੂ ਵੀ ਬੜੀ ਚੱਲ ਰਹੀ ਨੇ ਚੰਡੀਗੜ੍ਹ, ਬਦਬੂ ਵੀ ਚੱਲ ਰਹੇ ਨੇ ਲੋਕੀ, ਵਿਸ਼ੇਸ਼ ਕਰਕੇ ਡੱਡੂ ਮਾਜਰੇ ਦੇ, ਧਨਾਸ ਦੇ ਉੱਥੇ ਆਲੇ ਦੁਆਲੇ ਦੇ ਲੋਕ। ਬਾਕੀ ਸ਼ਹਿਰ 'ਚ ਵੀ 37-38 ਹਰ ਜਗ੍ਹਾ ਬਦਬੂ, ਕਈ ਵਾਰ ਹਵਾ ਪੁੱਠੀ ਚੱਲਦੀ ਹੈ ਤਾਂ ਪੂਰੇ ਸ਼ਹਿਰ 'ਚ ਬਦਬੂ ਹੋ ਜਾਂਦੀ ਹੈ। ਤਰਲੋਚਨ ਜੀ, ਇਹ ਆਪਾਂ ਬਹੁਤ ਲੰਬੇ ਸਮੇਂ ਤੋਂ ਸੁਣਦੇ ਆ ਰਹੇ ਹਾਂ। ਸ਼ਹਿਰ 'ਚ ਹਰ ਇਲੈਕਸ਼ਨ 'ਚ ਮੁੱਦਾ ਬਣਦਾ ਹੈ, ਹਰ ਵਾਰਡ ਵਿੱਚ, ਹਰ ਜਗ੍ਹਾ ਤੇ ਸ਼ਹਿਰ, ਚਾਹੇ ਨਿਊਜ਼ਪੇਪਰ ਦੇ ਮਾਧਿਅਮ ਨਾਲ, ਚਾਹੇ ਇਲੈਕਟ੍ਰੋਨਿਕ ਮੀਡੀਆ 'ਚ, ਇਹ ਬਹੁਤ ਚਰਚਾ 'ਚ ਆਉਂਦਾ ਹੈ ਕਿ ਡੱਡੂ ਮਾਜਰਾ, ਉੱਥੇ ਦੇ ਰਹਿਣ ਵਾਲੇ ਜਿਹੜੇ ਇਲਾਕਾ ਨਿਵਾਸੀ ਨੇ ਡੱਡੂ ਮਾਜਰੇ ਦੇ, ਧਨਾਸ ਦੇ, ਹੋਰ ਆਲੇ ਦੁਆਲੇ 37-38 ਸੈਕਟਰ, ਸਾਰੇ ਸ਼ਹਿਰ 'ਚ ਹੀ ਜੋ ਬਦਬੂ ਆਉਂਦੀ ਹੈ ਸਾਰੇ ਸ਼ਹਿਰ 'ਚ ਆਉਂਦੀ ਹੈ। ਔਰ ਜਿਹੜੇ ਉੱਥੇ ਦੇ ਨਰਕ ਦਾ ਜੀਵਨ ਸਿੱਧੂ ਸਾਹਿਬ, ਮੈਨੂੰ ਯਾਦ ਹੈ ਮੈਂ ਜਦੋਂ ਪੰਜਾਬੀ ਟ੍ਰਿਬਿਊਨ 'ਚ ਸੀ ਤੇ ਜਦੋਂ ਬਦਬੂ ਆਉਂਦੀ ਸੀ ਤੇ ਮੈਨੂੰ ਨਿਊਜ਼ ਰੂਮ 'ਚ ਫੋਨ ਆ ਜਾਂਦਾ ਸੀ ਵੀ ਤਰਲੋਚਨ ਜੀ ਕਵਰ ਕਰੋ, ਅੱਜ ਫੇਰ ਬਦਬੂ ਆ ਗਈ। ਸੋ ਪੱਤਰਕਾਰ ਵੀ ਬੜੇ ਪਰੇਸ਼ਾਨ ਨੇ, ਉਹਨਾਂ ਨੂੰ ਬੜੇ ਗੇੜੇ ਲਾਉਣੇ ਪੈਂਦੇ ਨੇ। ਕਈ ਵਾਰੀ ਕੀ ਸੀ
ਗੈਸ ਇਦਾਂ ਦੀ ਨਿਕਲਦੀ ਸੀ, ਅੱਗ ਦੇ ਭਾਂਬੜ ਬਾਹਰ ਆ ਜਾਂਦੇ ਸੀ। ਜੀ ਇਹਦੇ ਚੋਂ ਮੀਥੇਨ ਗੈਸ ਨਿਕਲਦੀ ਹੁੰਦੀ ਹੈ, ਜਿਹੜਾ ਵੈਟ ਵੇਸਟ ਹੁੰਦਾ ਹੈ ਉਹ ਤੇ ਜਦੋਂ ਪਾਣੀ ਲੱਗਦਾ ਹੈਗਾ, ਬਾਰਿਸ਼ ਹੁੰਦੀ ਹੈ ਜਾਂ ਉਸ ਤਰ੍ਹਾਂ ਵੀ ਜੋ ਸੁੱਕਣ ਲੱਗਦਾ ਹੈ ਤੇ ਪਾਣੀ ਨੀਚੇ ਥੱਲੇ ਜਾਂਦਾ ਹੈ, ਉਹਨੂੰ ਗਿੱਲਾ ਕਰਦਾ ਹੈ, ਜਿਹਦੇ ਨਾਲ ਮੀਥੇਨ ਗੈਸ ਪ੍ਰੋਡਿਊਸ ਹੁੰਦੀ ਹੈ ਜਿਹੜੀ ਅੱਗ ਫੜ ਲੈਂਦੀ ਹੈ। ਤੇ ਉਹ ਜਿੰਨਾ ਪਾਣੀ ਪਾਉਂਦੇ ਆ ਹੋਰ ਅੱਗ ਵੱਧ ਜਾਂਦੀ ਹੈ, ਜੋ ਕਿ ਪਿੱਛੇ ਬਹੁਤ ਵਾਰ ਹੋਇਆ ਹੈ, ਉਹ ਬੜਾ ਡੇਂਜਰਸ ਹੈ। ਇਹਦਾ ਜੋ ਇਤਿਹਾਸ ਆਪਾਂ ਪਿੱਛੇ ਦੇਖੀਏ ਤਰਲੋਚਨ ਜੀ, ਦਿੱਲੀ ਵੀ ਹੋ ਗਿਆ, ਹਰ ਸ਼ਹਿਰ 'ਚ ਦਿਨ ਬ ਦਿਨ ਕੂੜਾ ਚਾਹੇ ਵੈਟ ਵੇਸਟ ਹੈ, ਡਰਾਈ ਵੇਸਟ ਹੈ, ਇਹ ਵੱਧਦਾ ਜਾ ਰਿਹਾ ਹੈ ਔਰ ਇਹ ਆਉਣ ਵਾਲੇ ਸਮੇਂ 'ਚ ਇਹ ਆਉਂਦਾ ਹੀ ਰਹਿਣਾ ਹੈ। ਜੋ ਆਪਾਂ ਇਹ ਕਹਿੰਦੇ ਆ ਇੱਕ ਡਿਵੈਲਪ ਦੇਸ਼ ਦੀ ओर ਜਾਂਦੇ ਆ ਜਾਂ ਬਾਹਰਲੇ ਮੁਲਕ ਵੀ ਹੈਗੇ, ਇਹ ਵੇਸਟ ਹਰੇਕ ਜਗ੍ਹਾ ਜਨਰੇਟ ਹੁੰਦਾ ਹੈ। तो पहले जमाने होंदे सी जो पिंडां च हुंदे सी वो उत्थे ही घरां च जिहड़ा है ड्राई वेस्ट तां निकलदा ही नहीं सीगा, वैट वेस्ट हुंदा सी, ओहदी खाद खुद बना लिੱਤੀ ਜਾਂਦੀ ਸੀਗੀ। सो अज आपां नूं उस जिहड़ा है उस पासे जाण दी लोड़ है, ਉਹਨੂੰ ਅਡਾਪਟ ਕਰਨ ਦੀ ਲੋੜ ਹੈ। ਅਸੀਂ ਤਾਂ ਸਭ ਦੁਨੀਆ ਕਿੱਥੇ ਪਹੁੰਚ ਗਈ ਆ, ਅਸੀਂ ਆਧੁਨਿਕ ਯੁੱਗ 'ਚ ਤੁਰੇ ਫਿਰਦੇ ਆ। ਕਿਸੇ ਦੇ ਘਰ ਅੱਗੇ ਸਾਲਾਂ ਤੋਂ ਢੇਰ ਲੱਗੇ ਹੋਣ, ਉਹ ਸਰਕਾਰਾਂ ਨੂੰ ਵੀ ਕਵਾਂਗੇ ਆਪਾਂ, ਉਸ ਪ੍ਰਸ਼ਾਸਨ ਨੂੰ ਆਪਾਂ ਕਵਾਂਗੇ। ਮੈਂ ਉਸੇ ਤੇ ਆ ਰਿਹਾ ਸੀਗਾ, ਇਹ ਜਦੋਂ ਚੰਡੀਗੜ੍ਹ ਬਸ ਗਿਆ, ਇਹ ਸਭ ਤੋਂ ਪਹਿਲਾਂ ਜਿਹੜਾ ਇਹ ਡੱਡੂ ਮਾਜਰੇ ਦਾ ਮੈਂ ਤੁਹਾਨੂੰ ਇਤਿਹਾਸ ਦੱਸਾਂ, ਜਿਹੜਾ ਇਹ ਗਾਰਬੇਜ ਡੰਪ ਲੱਗਿਆ ਉੱਥੇ, ਉਹਦੀ ਜਗ੍ਹਾ ਹੈਗੀ ਹੈ, ਉਹਨੂੰ ਇਹ ਲੈਂਡਫਿਲ ਕਹਿੰਦੇ ਨੇ ਆ, ਜਿੱਥੇ ਡੰਪਿੰਗ ਗਰਾਊਂਡ ਕਿਹਾ ਜਾਂਦਾ ਹੈ। 1987 ਵਿੱਚ ਪਹਿਲੀ ਵਾਰ ਉਦੋਂ ਸ਼੍ਰੀਮਾਨ ਜਗਨਨਾਥ ਕੌਸ਼ਲ ਜੀ ਸੰਸਦ ਸੀਗੇ ਚੰਡੀਗੜ੍ਹ ਦੇ, ਉਦੋਂ ਇਹ ਜੋ ਹੈ 1987 ਚ ਪਹਿਲੀ ਵਾਰ ਜਿਹੜਾ ਹੈ ਉਹਨੂੰ ਨੋਟੀਫਾਈ ਕੀਤਾ ਗਿਆ ਬਕਾਇਦਾ ਕਿ ਇਹ ਚੰਡੀਗੜ੍ਹ ਦਾ ਡੰਪਿੰਗ ਗਰਾਊਂਡ ਹੋਏਗਾ। ਉਸ ਵੇਲੇ ਉੱਥੇ ਕੋਈ ਕਲੋਨੀ ਆ ਉਹ ਨਹੀਂ ਸੀਗੀ, ਡੱਡੂ ਮਾਜਰਾ ਕਲੋਨੀ ਨਹੀਂ ਸੀ, ਕਲੋਨੀ ਨਹੀਂ ਸੀ ਉਦੋਂ, ਇਹਨੂੰ ਜਿਹੜਾ ਹੈ ਡੰਪਿੰਗ ਗਰਾਊਂਡ ਡੈਜ਼ਿਗਨੇਟ ਕੀਤਾ ਗਿਆ। ਉਸ ਤੋਂ ਬਾਅਦ ਉਹ ਕਿਉਂਕਿ ਪਲਾਂਟ ਕੋਈ ਨਹੀਂ ਸੀ, ਕੁਛ ਨਹੀਂ ਸੀ, ਬਸ ਉੱਥੇ ਕੂੜਾ ਸ਼ਹਿਰ ਦਾ ਜਿਹੜਾ ਹੁੰਦਾ ਸੀ ਉੱਥੇ ਜਾ ਕੇ ਸੁੱਟ ਦਿੱਤਾ ਜਾਂਦਾ ਸੀ, ਡੰਪ ਕੀਤਾ ਜਾਂਦਾ ਸੀਗਾ। ਉਹ ਹੌਲੀ ਹੌਲੀ ਬਣਦਾ ਪਹਾੜ ਬਣਨ ਲੱਗ ਗਿਆ। 2007 ਵਿੱਚ ਸ਼੍ਰੀਮਾਨ ਪਵਨ ਕੁਮਾਰ ਬੰਸਲ ਜੀ ਉਦੋਂ ਸੰਸਦ ਸੀ ਚੰਡੀਗੜ੍ਹ ਦੇ, ਤੇ ਮੈਡਮ ਅਨੂ ਚਤਰਥ ਮੇਅਰ ਸੀਗੇ, ਉਦੋਂ ਇਹ ਪਹਿਲੀ ਵਾਰ ਮੁੱਦਾ ਆਇਆ ਕਿ ਜੀ ਇੱਥੇ ਗਾਰਬੇਜ ਪਲਾਂਟ ਲਗਾਉਣਾ ਚਾਹੀਦਾ, ਜਿਹੜਾ ਜੇਪੀ ਜਿਹਨੂੰ ਕਿ ਆਪਾਂ ਹੁਣ ਬੜੀ ਮੁਸ਼ਕਿਲ ਨਾਲ, ਹਾਂਜੀ, ਉਹ ਉਹਨਾਂ ਦੀ ਦੇਣ ਸੀਗੀ ਉਸ ਵੇਲੇ ਉਸ ਹਾਊਸ 'ਚ ਆ ਕੇ 2007 ਵਾਲੇ ਕਾਰਪੋਰੇਸ਼ਨ ਵਿੱਚ ਜੀ, ਜੋ ਹੈ ਡੰਪਿੰਗ ਗਰਾਊਂਡ ਦਾ ਏਜੰਡਾ ਉਦੋਂ ਹੋਇਆ, ਆਇਆ, ਪਾਸ ਕੀਤਾ ਗਿਆ ਔਰ ਜੇਪੀ ਪਲਾਂਟ ਉੱਥੇ ਲਗਾਇਆ ਗਿਆ। ਹੁਣ ਉਸ ਦੇ ਵਿੱਚ ਆਪਾਂ ਪਿੱਛੇ ਜਿਹੜੇ ਭੁਗਤ ਭੋਗੀਆਂ ਸਾਰਾ ਸ਼ਹਿਰ ਕੇ ਪਿਛਲੇ 15 ਸਾਲ, ਅੱਜ ਵੀ ਜੋ ਜਿਸ ਸਥਿਤੀ 'ਚ ਖੜੇ ਹੈ, ਉਹ ਅੱਜ ਵੀ ਉਹ ਡੰਪਿੰਗ ਗਰਾਊਂਡ ਦਾ ਸਾਰਾ ਜਿਹੜਾ ਉੱਥੇ ਢੇਰ ਹੈ, ਪਹਾੜ ਹੈ, ਜਾਂ ਜੋ ਸ਼ਹਿਰ ਦਾ ਕੂੜਾ ਪ੍ਰੋਸੈਸ ਨਹੀਂ ਹੋਇਆ, ਉਹ ਜੇਪੀ ਪਲਾਂਟ ਉਹਦੇ ਵਿੱਚ ਬਹੁਤ ਵੱਡੀ ਜੇਪੀ ਪਲਾਂਟ ਦੀ ਦੇਣ ਹੈ। ਹੁਣ ਕਿਹੜੇ ਪ੍ਰੋਜੈਕਟ ਦੀ ਗੱਲ ਕਰ ਰਹੇ ਆਪਾਂ? ਹੁਣ ਜਿਹੜਾ ਜੀ, ਹੁਣ ਅਸੀਂ ਬੜੀ ਲੰਬੀ ਇੱਕ ਲੀਗਲ ਲੜਾਈ ਲੜ ਕੇ ਔਰ ਸ਼ਹਿਰ ਦੇ ਲੋਕਾਂ ਦੀ ਲੜਾਈ, ਮੈਂ ਕਹੂੰਗਾ ਭਾਰਤੀ ਜਨਤਾ ਪਾਰਟੀ ਨੇ ਲੜੀ, ਸਾਡੀ ਸਾਂਸਦ ਕਿਰਨ ਖੇਰ ਜੀ ਨੇ ਲੜੀ, ਸਾਡੇ ਸ਼ਹਿਰ ਦੇ ਮੇਅਰ ਚਾਹੇ ਉਹ ਅਰੁਣ ਸੂਦ ਜੀ ਹੈ, ਚਾਹੇ ਦਵੇਸ਼ ਮੋਡਗਿਲ ਹੈ, ਚਾਹੇ ਆਪਣਾ ਆਸ਼ਾ ਜਸਵਾਲ ਜੀ ਸੀਗੇ, ਰਾਜਬਾਲਾ ਮਲਿਕ ਸੀਗੇ, ਚਾਹੇ ਸਾਡੇ ਜੋ ਹੈ ਰਵੀ ਸ਼ਰਮਾ ਜੀ, ਸਾਰੇ ਸਾਡੇ ਜਿਹੜੇ ਮੇਅਰ ਨੇ। ਔਰ ਪਿੱਛੇ ਕਾਂਗਰਸੀਆਂ ਨੇ ਕੁਝ ਨਹੀਂ ਕੀਤਾ। ਕਾਂਗਰਸ ਤੁਹਾਨੂੰ ਦੱਸਿਆ ਹੀ, ਦੇਣ ਜਿਹੜੀ ਹੈ ਕਾਂਗਰਸ ਦੀ ਜੇਪੀ ਪਲਾਂਟ ਸੀ, ਉਹਨਾਂ ਦੀ ਬਹੁਤ ਵੱਡੀ ਦੇਣ ਸੀ। ਡੱਡੂ ਮਾਜਰੇ ਦਾ ਜਿਹੜਾ ਉਹ 1987 ਕਾਂਗਰਸ ਨੇ ਜਿਹੜਾ ਗੰਦ ਪਾਇਆ ਸੀ ਉਹ ਤੁਸੀਂ ਦੂਰ ਕਰਨ ਲਈ ਤੁਰੇ। ਮੈਂ ਅੱਗੇ ਵਧਦਾ, ਪਰ ਸਿੱਧੂ ਸਾਹਿਬ ਮੈਂ ਕਵਰ ਕਰਦਾ ਰਿਹਾ 20 ਸਾਲ ਚੰਡੀਗੜ੍ਹ, ਮੈਂ ਦੇਖਿਆ ਉਸ ਕੂੜੇ ਦੇ ਢੇਰ ਦੀ ਸਿਆਸਤ ਕਰਕੇ ਸੰਸਦ ਮੈਂਬਰ ਬਣਦੇ ਵੀ ਮੈਂ ਦੇਖੇ ਨੇ, ਤੇ ਉਸ ਕੂੜੇ ਦੇ ਢੇਰ ਤੇ ਜਾ ਕੇ ਨਾਅਰੇ ਲਾਉਣ ਤੋਂ ਬਾਅਦ ਮੇਅਰ ਬਣਦੇ ਵੀ ਦੇਖੇ ਨੇ, ਪਰ ਚੰਡੀਗੜ੍ਹ ਦੇ ਲੋਕਾਂ ਨੂੰ ਰਾਹਤ ਨਹੀਂ ਮਿਲੀ। ਲਾਡੀ ਜੀ, ਇਸੇ ਮੁੱਦੇ ਨੂੰ ਲੈ ਕੇ ਨਗਰ ਨਿਗਮ 'ਚ ਰੌਲਾ ਪਿਆ ਸੀ, ਤੇ ਇਸੇ ਮੁੱਦੇ ਨੂੰ ਲੈ ਕੇ ਉੱਥੇ ਗਾਲੀ ਗਲੋਚ ਹੋਇਆ ਸੀ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਭਾਜਪਾ ਕਹਿੰਦੀ ਕਾਂਗਰਸ ਨੇ ਕੀ ਕੀਤਾ, ਕਾਂਗਰਸ ਕਹਿੰਦੀ ਹੈ ਤੁਸੀਂ ਹੁਣ 9-10 ਸਾਲ 'ਚ ਤੁਸੀਂ ਕੀ ਕੀਤਾ। ਇਹਦੇ ਵਿੱਚ ਆਮ ਜਨਤਾ ਦਾ ਕੀ ਕਸੂਰ ਹੈ ਜੀ? ਚੰਡੀਗੜ੍ਹ ਦੀ 15 ਲੱਖ ਜਿਹੜੀ ਜਨਤਾ, ਉਹਦਾ ਕੀ ਕਸੂਰ ਹੈ? ਡੱਡੂ ਮਾਜਰੇ ਦਾ ਕੀ ਕਸੂਰ ਹੈ? ਇਨ ਦੋਨਾਂ ਪਾਰਟੀਆਂ ਦੀ ਰੋਜੀ ਰੋਟੀ ਤੇ ਰਾਜਨੀਤੀ ਇਸ ਡੰਪਿੰਗ ਗਰਾਊਂਡ ਤੋਂ ਚੱਲਦੀ ਹੈ, ਕੂੜੇ ਦੇ ਢੇਰ ਤੋਂ ਇਹਨਾਂ ਦੀ ਰੋਟੀ ਪਾਣੀ ਚੱਲਦਾ ਹੈ। ਜੇ ਇਹ ਹਟ ਗਿਆ, ਇਹ ਦੋਨੋਂ ਹੀ ਪਾਰਟੀਆਂ ਖਤਮ ਹੋ ਜਾਣਗੀਆਂ, ਤੇ ਹੁਣ ਸਾਨੂੰ ਇਹ ਕਰਨਾ ਪਏਗਾ, ਜਨਤਾ ਨੂੰ ਅਵੇਅਰ ਕਰਨਾ ਪਏਗਾ, ਜੋ ਆਮ ਆਦਮੀ ਪਾਰਟੀ ਕਰ ਰਹੀ ਹੈ। ਕੂੜੇ ਦੇ ਢੇਰ 'ਚੋਂ ਰੋਟੀਆਂ ਕਿਵੇਂ ਨਿਕਲਦੀਆਂ ਬੀਜੇਪੀ ਤੇ ਕਾਂਗਰਸ ਦੀਆਂ? ਨੀਟਰ ਦੀ ਰਿਪੋਰਟ ਹੈ, ਨੀਟਰ ਇੰਸਟੀਚਿਊਟ ਹੈ ਜੀ ਇੱਕ, ਜਿਨ੍ਹਾਂ ਨੇ ਕਾਰਪੋਰੇਸ਼ਨ ਨੂੰ ਲੈਟਰ ਦਿੱਤਾ ਹੈ 14 ਤੋਂ 16 ਕਰੋੜ ਦੇ ਵਿੱਚ ਅਸੀਂ ਜੋ ਅੱਜ ਢੇਰ ਲੱਗੇ ਨੂੰ ਅਸੀਂ ਖਤਮ ਕਰਾਂਗੇ। ਅੱਜ ਤੋਂ 12-13 ਸਾਲ ਤੋਂ ਪਿੱਛੋਂ ਚੱਲਦਾ ਆ ਰਿਹਾ ਹੈ, ਕਿਤੇ 33 ਕਰੋੜ ਲਾਤਾ, ਕਿਤੇ 60 ਕਰੋੜ ਲਾਤਾ, ਪਰ ਇਹਨਾਂ ਨੂੰ ਉਹ ਕੰਪਨੀ ਚਾਹੀਦੀ ਹੈ ਜਿਹੜੀ ਹਜ਼ਾਰਾਂ ਕਰੋੜ ਲਾਏ। ਪਿਛਲੇ ਹਜ਼ਾਰਾਂ ਕਰੋੜ ਲਾ ਕੇ ਆਪਾਂ ਦੋਨਾਂ ਨੂੰ ਪੁੱਛਦੇ ਹਾਂ, ਦੋਨੋਂ ਪਾਰਟੀਆਂ ਨੂੰ,
ਵੀ ਤੁਸੀਂ ਕਿੰਨਾ ਇੰਚ ਕੂੜਾ ਥੱਲੇ ਕੀਤਾ ਹੈ। ਸੰਸਦ ਬਣ ਗਏ, ਕਾਉਂਸਲਰ ਬਣ ਗਏ ਇਸ ਕੂੜੇ ਦੇ ਢੇਰ ਤੋਂ, ਮੇਅਰ ਵੀ ਬਣ ਗਏ ਜਿਵੇਂ ਤੁਸੀਂ ਕਿਹਾ, ਪਰ ਜਨਤਾ ਕੀ ਬਣੀ ਹੈ? ਕਈ ਤਾਂ ਮੰਤਰੀ ਵੀ ਬਣ ਗਏ ਸੀ। ਮੈਂ ਹਾਈ ਕੋਰਟ ਦੇ ਵਿੱਚ ਪੇਸ਼ੀ ਹੁੰਦੀ ਹੈ ਕਾਰਪੋਰੇਸ਼ਨ ਦੀ ਤੇ ਇਹਦੇ ਖਿਲਾਫ ਕਾਰਪੋਰੇਸ਼ਨ ਦੇ, ਉਹਦੇ ਵਿੱਚ ਮੈਂ ਬੱਚੀ ਦੀ ਫੋਟੋਆਂ ਦੇਖੀਆਂ। ਉਸ ਬੱਚੀ ਦਾ ਕੀ ਕਸੂਰ ਹੈ? ਗਾਇਨੀ ਦੀ ਪ੍ਰੋਬਲਮ ਆ ਗਈਆਂ, ਆਪਣੀ ਲੇਡੀਜ਼ ਨੂੰ ਅੱਖਾਂ ਟੇਢੀਆਂ ਹੋਣ ਲੱਗੀਆਂ, ਸਕਿਨ ਪੂਰੀ ਭਰ ਚੁੱਕੀ ਬੱਚਿਆਂ ਦੀ। ਇਹਨਾਂ ਦੇ ਉੱਥੇ ਸਮਾਜਿਕ ਰਿਸ਼ਤੇ ਵਿਗੜ ਗਏ ਲੋਕਾਂ ਦੇ। ਉਹਨਾਂ ਦਾ ਕੀ ਕਸੂਰ ਹੈ? ਉਹਨਾਂ ਨੇ ਨਾ ਤਾਂ ਸੰਸਦ ਬਣਨਾ ਹੈ, ਉਹਨਾਂ ਨੇ ਵਿਚਾਰਿਆਂ ਨੇ ਗਰੀਬਾਂ ਨੇ ਆਪਣੀ ਰੋਜੀ ਰੋਟੀ ਕਮਾਣੀ ਹੈ ਤੇ ਬੱਚੇ ਪਾਲਣੇ ਪੜ੍ਹਾਣੇ ਹੈ। ਪਰ ਇਸ ਗੰਦੀ ਰਾਜਨੀਤੀ ਨੂੰ ਲੈ ਕੇ ਦੋਨੋਂ ਪਾਰਟੀਆਂ ਹੁਣ ਤੱਕ ਸਿਆਸਤ ਕਰਦੀਆਂ ਆਈਆਂ ਨੇ। ਜਦੋਂ ਹੁਣ ਅਸੀਂ ਸਵਾਲ ਪੁੱਛਦੇ ਹਾਂ ਤੇ ਸਾਡੀ ਇਹ ਦਾੜੀ ਪੁੱਟਣ ਤੱਕ ਜਾਂਦੇ ਨੇ। ਭਾਜਪਾ ਹੁਣ ਸਿੱਖਾਂ ਦੀ ਦਾੜੀ ਪੁੱਟਣ ਤੱਕ ਜਾਂਦੀ ਗੱਲ ਹੈ ਜੀ, ਇਹ ਗਲਤ ਗੱਲ ਹੈ। ਮੇਰੀ ਆਬਜੈਕਸ਼ਨ ਹੈ ਇਸ ਚੀਜ਼। ਜੀ ਜੀ ਜੀ, ਕੀ ਕਹਿਣਾ ਚਾਹੁੰਦੇ ਤੇ ਤੁਸੀਂ? ਉਹ ਤਾਂ ਕਹਿੰਦੇ ਦਾੜੀ ਤੱਕ ਆ ਗਈ। ਇਹ ਤਾਂ ਇਹ ਕਹਿ ਰਹੇ ਨੇ ਨਾ, ਇਹ ਗਲਤ ਗੱਲ ਹੈ। ਮੈਂ ਵੀ ਇੱਕ ਸਿੱਖ ਪਰਿਵਾਰ ਨੂੰ ਬਿਲੋਂਗ ਕਰਦਾ, ਇਹ ਬਿਲਕੁਲ ਗਲਤ ਗੱਲ ਹੈ। ਔਰ ਮੇਰਾ ਤੁਹਾਡੇ ਬਿਲਕੁਲ ਇਹ ਕਹਿਣਾ ਹੈ ਤੁਹਾਡੇ ਇਸਤੇ ਜੀ ਨਹੀਂ, ਕਿਤੇ ਵੀ ਕੋਈ ਮੈਡਮ ਦੀ ਕੋਈ ਜਿਹੜੀ ਇਹ ਗੱਲ ਕਰ ਰਹੇ ਨੇ ਜਾਂ ਕਿਸੇ ਦੀ ਵੀ ਗੱਲ ਕਰ ਰਹੇ ਨੇ, ਕਿਸੇ ਦੀ ਕੋਈ ਵੀਡੀਓ ਉੱਥੇ ਦੀ ਕੋਈ ਇਹਨਾਂ ਨਾਲ ਗੱਲ ਕਰਦੇ ਦੀ ਕੋਈ ਨਹੀਂ ਹੈ। ਇਹ ਜਿਹੜੀ ਝੂਠ ਗੱਲ ਹੈ ਬਿਲਕੁਲ, ਔਰ ਝੂਠ ਕਹਿ ਰਹੇ ਨੇ, ਇੱਥੇ ਵੀ ਝੂਠ ਕਹਿ ਰਹੇ ਨੇ। ਚਲੋ ਆਪਾਂ ਥੋੜਾ ਬਾਅਦ ਚ ਆਉਂਦੇ ਆ। ਮੈਡਮ ਤਰਨਾ ਆਮ ਆਦਮੀ ਪਾਰਟੀ ਤੇ ਇਹ ਕਹਿ ਰਹੀ ਹੈ ਵੀ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦੀਆਂ ਕੂੜੇ ਦੇ ਢੇਰ 'ਚੋਂ ਰੋਟੀਆਂ ਨਿਕਲਦੇ ਨੇ। ਸ਼ਾਇਦ ਉਹਨਾਂ ਨੇ ਬੜੇ ਪੌਲੇ ਸ਼ਬਦਾਂ 'ਚ ਕਿਹਾ, ਸ਼ਾਇਦ ਉਹਨਾਂ ਦਾ ਭਾਵ ਇਹ ਹੈ ਵੀ ਉੱਥੋਂ ਕਮਿਸ਼ਨਾਂ ਖਾਂਦੇ ਨੇ ਤੇ ਚੰਡੀਗੜ੍ਹ ਸਾਰਾ ਪਰੇਸ਼ਾਨ ਹੈ। ਜਿੱਦਾਂ ਕਿ ਹਾਊਸ ਦੀ ਮੀਟਿੰਗ ਹੋਈ, ਪੂਰਾ ਸ਼ਹਿਰ ਇਹ ਚੀਜ਼ ਦੇਖ ਰਿਹਾ ਸੀ। ਸ਼ਹਿਰ ਜਿਹੜਾ ਰਿਪਰੈਜ਼ੈਂਟੇਟਿਵ ਜਿਹੜਾ ਕਾਉਂਸਲਰ ਨੂੰ ਚੁਣਦਾ ਹੈ, ਇਸ ਵਾਸਤੇ ਚੁਣਦਾ ਹੈ ਕਿ ਉੱਥੇ ਉਹਨਾਂ ਦੀਆਂ ਜਿਹੜੀ ਗੱਲਾਂ ਬਾਤਾਂ ਹੈਗੀਆਂ, ਜਿਹੜੇ ਉਹਨਾਂ ਦੇ ਮੁੱਦੇ ਹੈਗੇ ਆ, ਉਹਨਾਂ ਨੂੰ ਅਸੀਂ ਹਾਊਸ ਵਿੱਚ ਰੱਖਾਂਗੇ ਤੇ ਉਹਨਾਂ ਦੀ ਜੋ ਪ੍ਰੋਬਲਮ ਹੈ ਉਹਨਾਂ ਨੂੰ ਸੋਲਵ ਕਰਾਂਗੇ। ਜਿੱਦਾਂ ਕਿ ਤੁਸੀਂ ਦੇਖਿਆ ਇਸ ਵਾਰ ਹਾਊਸ ਦੀ ਮੀਟਿੰਗ ਸਪੈਸ਼ਲ ਮੀਟਿੰਗ ਸੀਗੀ ਡੰਪਿੰਗ ਗਰਾਊਂਡ ਨੂੰ ਲੈ ਕਰਕੇ, ਜਿਹੜਾ ਸ਼ਹਿਰ ਦਾ ਇੰਨਾ ਵੱਡਾ ਮੁੱਦਾ ਹੈ ਕਿ ਜਦ ਵੀ ਤੁਸੀਂ ਦੇਖਿਆ ਹੋਣਾ ਇਲੈਕਸ਼ਨ ਆਉਂਦੇ ਤੇ ਇਹ ਮੁੱਦਾ ਇੰਨਾ ਗਰਮ ਹੋ ਜਾਂਦਾ ਹੈ, ਉਸ ਤੋਂ ਬਾਅਦ ਕੋਈ ਇਹਦੇ ਤੇ ਗੱਲਬਾਤ ਨਹੀਂ ਹੁੰਦੀ। ਮੇਰੇ ਇੱਕ ਗੱਲ ਕਹੀ ਗਈ ਕਿ ਕਾਉਂਸਲਰ ਦੀ ਦੇਣ ਹੈ ਇਹ ਚੀਜ਼, ਤੇ 9 ਸਾਲ ਬੀਜੇਪੀ ਕੋਲ ਵੀ ਸੀਗੇ। ਉਹ ਇਸ ਜਿਹੜਾ ਡੰਪਿੰਗ ਗਰਾਊਂਡ ਇੰਨਾ ਜਿਹੜਾ ਕੂੜੇ ਦਾ ਪਹਾੜ ਹੋ ਗਿਆ, ਇਹ ਪੁੱਛਿਆ ਜਾਏ ਕਿ ਕਿੰਨਾ ਇਸ ਪਹਾੜ ਨੂੰ ਘਟਾਇਆ ਗਿਆ ਕਿ ਉਸ ਤੋਂ ਲੈ ਕੇ ਇਹ 9 ਸਾਲਾਂ ਵਿੱਚ ਇਹ ਹੋਰ ਵਧਿਆ ਗਿਆ। ਦੂਜਾ ਜਿਹੜੀ ਇਹ ਗੱਲ ਕਹੀ ਗਈ ਹੈ ਕਿ ਕਾਂਗਰਸ ਪਾਰਟੀ ਇਹਦੇ ਤੇ ਰੋਟੀਆਂ ਸੇਕਦੀ ਆ, ਜੋ ਵੀ ਹੈ। ਮੈਂ ਇਹ ਪੁੱਛਣਾ ਚਾਹੂੰਗੀ, ਆਮ ਆਦਮੀ ਪਾਰਟੀ ਦਾ ਇੱਕ ਕਾਉਂਸਲਰ ਜਦ ਤੋਂ ਇਹ ਟੈਨਿਓਰ ਸ਼ੁਰੂ ਹੋਇਆ, ਇਹ ਆਮ ਜਿਹੜਾ ਡੰਪਿੰਗ ਗਰਾਊਂਡ ਹੈਗਾ ਡੱਡੂ ਮਾਜਰਾ ਦੇ ਜਿਹੜੇ ਕਾਉਂਸਲਰ ਹੈ ਉਹ ਆਮ ਆਦਮੀ ਪਾਰਟੀ ਤੋਂ ਹੈਗੇ ਤੇ ਉਹ 1.5 ਸਾਲ ਹੋ ਗਿਆ ਹਮੇਸ਼ਾ ਉਹ ਇਹ ਮੁੱਦਾ ਚੱਕਦੇ ਆਏ ਹੈ। ਉਹਨਾਂ ਕੋਲ ਇੰਨੀ ਵੱਡੀ ਓਪਰਚੁਨਿਟੀ ਸੀਗੀ ਕਿ ਜਦ ਸਪੈਸ਼ਲ ਮੀਟਿੰਗ ਇਸ ਮੁੱਦੇ ਨੂੰ ਲੈ ਕੇ ਸੀਗੀ ਤੇ ਆਮ ਆਦਮੀ ਪਾਰਟੀ ਨੂੰ ਚਾਹੀਦਾ ਸੀਗਾ ਉਹ ਇਸ ਮੁੱਦੇ ਤੋਂ ਹੀ ਜਿਹੜੀ ਹਾਊਸ ਦੀ ਮੀਟਿੰਗ ਹੈ ਉਹਦੀ ਸ਼ੁਰੂਆਤ ਕਰਨ। ਤੇ ਆਮ ਆਦਮੀ ਪਾਰਟੀ ਨੇ, ਪੂਰੀ ਜਨਤਾ ਨੇ ਦੇਖਿਆ ਅਲੂਲ ਫਜੂਲ ਜੇ ਇਹਨਾਂ ਨੇ ਮੁੱਦੇ ਚੱਕੇ ਤੇ ਜਿਹੜਾ ਇੰਨਾ ਵਧੀਆ ਮੁੱਦਾ ਸੀਗਾ ਡੰਪਿੰਗ ਗਰਾਊਂਡ, ਇਹਨਾਂ ਨੂੰ ਇੰਨਾ ਵਧੀਆ ਮੌਕਾ ਮਿਲਿਆ ਸੀ ਆਪਣੀ ਗੱਲਬਾਤ ਰੱਖਣ ਦਾ। ਆਮ ਆਦਮੀ ਪਾਰਟੀ ਨੂੰ ਛੱਡਿਆ ਕਿੰਨੇ ਦਿਨ ਹੋਏ ਆ? ਮੈਨੂੰ ਜੀ ਹਲੇ 1-2 ਮਹੀਨੇ ਹੀ ਹੋਏ ਆ। ਇੱਕ ਮਹੀਨਾ ਹੁਣ ਤੁਹਾਨੂੰ ਉਲਝ ਲੂਲ ਲੱਗਣ ਲੱਗ ਪਈ, ਜਿੱਤੇ ਤੇ ਉਹਨਾਂ ਦੀ ਟਿਕਟ ਤੇ ਤੁਸੀਂ। ਬਿਲਕੁਲ ਮੈਂ ਇੱਕਦਮ ਇਹ ਪਾਰਟੀ ਨਹੀਂ ਛੱਡੀ। ਇਹ ਆਪਾਂ 1.5 ਸਾਲ ਹੋ ਗਿਆ, ਬੜੇ ਦਿਨਾਂ ਤੋਂ ਆਪਾਂ ਮਨ ਬਣਾ ਰਹੇ ਸੀਗੇ ਕਿਉਂਕਿ ਅੱਜ ਤੁਸੀਂ ਇਹ ਦੇਖੋ ਜਿਸ ਪਾਰਟੀ ਦਾ 3 ਮਹੀਨੇ ਤੋਂ ਹਜੇ ਤੱਕ ਕੋਈ ਪ੍ਰੈਜ਼ੀਡੈਂਟ ਨਹੀਂ ਬਣਿਆ, ਕੋਈ ਆਰਗੇਨਾਈਜੇਸ਼ਨ ਨਹੀਂ ਬਣੀ। ਪ੍ਰੇਮ ਗਰਗ ਪ੍ਰੈਜ਼ੀਡੈਂਟ ਨਹੀਂ ਕਿ ਕਨਵੀਨਰ ਨੇ? 3 ਮਹੀਨੇ ਨਹੀਂ ਪ੍ਰੈਜ਼ੀਡੈਂਟ ਸੀਗੇ, 3 ਮਹੀਨੇ ਤੋਂ ਪਾਰਟੀ ਜਿਹੜੀ ਡਿਸੋਲਵ ਕਰਤੀ ਸੀਗੀ। ਹਲੇ ਕੋਈ ਆਰਗੇਨਾਈਜੇਸ਼ਨ ਨਹੀਂ ਹੈ, ਕਿਸੇ ਦੀ ਕੋਈ ਪੋਸਟ ਨਹੀਂ ਹੈ ਸਿਵਾਏ ਕਾਉਂਸਲਰਸ ਦੇ। ਤੇ ਜਿਹੜੀ ਪਾਰਟੀ 3 ਮਹੀਨੇ ਤੋਂ ਕੋਈ ਪ੍ਰੈਜ਼ੀਡੈਂਟ ਨਹੀਂ ਚੁਣ ਪਾਈ ਤੇ ਫਿਰ ਆਪਾਂ ਨੂੰ ਇਹ ਸੀਗਾ ਕਿ ਲੋਕ ਸਭਾ ਵਾਸਤੇ ਅਸੀਂ ਦੇਖ ਰਹੇ ਹਾਂ ਬਾਕੀ ਪਾਰਟੀਆਂ ਵੀ ਕਾਫੀ ਹੱਦ ਤੱਕ ਤਿਆਰੀਆਂ ਕਰ ਚੁੱਕੀਆਂ ਲੋਕ ਸਭਾ ਦੇ ਚੁਣਾਵ ਦੀਆਂ ਤੇ ਲੋਕ ਸਭਾ ਵੀ ਸਾਡੀ ਕੀ ਪਰਫਾਰਮੈਂਸ ਰਹੇਗੀ, ਕੀ ਗੱਲ। ਤੇ ਜਿਹੜਾ ਲੋਕਾਂ ਵਿੱਚ ਇੰਪ੍ਰੈਸ਼ਨ ਗਿਆ ਕਿ ਜਦ ਵੀ ਕਦੇ ਹਾਊਸ ਦੀ ਮੀਟਿੰਗ ਹੁੰਦੀ ਹੈ ਹਮੇਸ਼ਾ ਕਿ ਇਹ ਹੁੰਦਾ ਹੈ ਕਿ ਇੱਕ ਆਮ ਆਦਮੀ ਪਾਰਟੀ ਦਾ ਹੀ ਕਾਉਂਸਲਰ ਇੱਕ ਗੱਲ ਚੱਕਦਾ ਤੇ ਦੂਜਾ ਉਸ ਦੀ ਗੱਲ ਨੂੰ ਕੱਟ ਦਿੰਦਾ। ਮਤਲਬ ਆਪਸ ਵਿੱਚ ਵੀ ਇੱਕ ਸੁਰ ਨਹੀਂ ਹੈ। ਆਪਸ ਵਿੱਚ ਜਿਹੜੀ ਗੁੱਟਬਾਜੀ ਹੈ ਉਸ ਤੋਂ ਆਪਾਂ ਕਿੰਨੇ ਟਾਈਮ ਤੋਂ ਆਪਾਂ ਸੋਚ ਰਹੇ ਸੀ ਠੀਕ ਹੋ ਜਾਏਗਾ, ਠੀਕ ਹੋ ਜਾਏਗਾ। ਨਹੀਂ, ਇਦਾਂ ਦੀ ਕੋਈ ਗੱਲ ਨਹੀਂ ਹੈ ਜੀ। ਹੁਣ ਇਹ ਕਾਂਗਰਸ ਵਿੱਚ ਜਾ ਕੇ ਇਹਨਾਂ ਨੂੰ ਗੁੱਟ ਨਜ਼ਰ ਆ ਗਿਆ। ਜਦੋਂ ਕਾਂਗਰਸ ਦੇ ਵਿੱਚ ਸੀ ਤੇ ਇਹ ਕਿਹੜੇ ਗੁੱਟ 'ਚ ਸੀ, ਕਿਹੜੇ ਗੁੱਟ ਦੀ ਇਹ ਨਾਲ ਰਹਿੰਦੇ ਸੀ, ਕਿਹਦੇ ਖਿਲਾਫ ਸੀ, ਇਹੀ ਦੱਸਣਗੇ। ਬਾਕੀ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ, ਸਾਨੂੰ ਪਾਰਸ਼ਦ ਸਾਡੀ ਜਨਤਾ ਨੇ ਬਣਾਇਆ, 1.25 ਲੱਖ ਵੋਟ ਆਮ ਆਦਮੀ ਪਾਰਟੀ ਨੂੰ ਪਈ ਹੈ, 14 ਕਾਉਂਸਲਰ ਜਿੱਤੇ ਨੇ। ਉਹਨਾਂ ਨੂੰ ਕੰਮ ਚਾਹੀਦਾ ਹੈ, ਉਹਨਾਂ ਨੂੰ ਸਾਡਾ ਪ੍ਰਧਾਨ ਨਹੀਂ ਚਾਹੀਦਾ, ਉਹਨਾਂ ਨੇ ਲੋਕ ਸਭਾ ਇਲੈਕਸ਼ਨ ਨਹੀਂ ਦੇਖਣਾ। ਜਨਤਾ ਨੂੰ ਚਾਹੀਦਾ ਸਾਡਾ ਕੰਮ ਕਰੋ,
ਸਾਡੀ ਗੱਲ ਹਾਊਸ ਉੱਤੇ ਚੁੱਕੋ। ਪਰ ਕੋਈ ਜਥੇਬੰਦਕ ਢਾਂਚਾ ਤੇ ਚਾਹੀਦਾ ਨਾ, ਕੰਮ ਕਰਵਾਊ ਕੌਣ, ਉਹ ਸੁਪਰਵਾਈਜ਼ਰ ਤਾਂ ਜੀ ਕੌਣ ਦੇਖੋ ਕਰੂਗਾ? ਇੱਕ ਇੱਕ ਕਰਕੇ ਹੁਣ ਸਾਰਾ ਹੀ ਬਣ ਰਿਹਾ ਹੈ। ਸਾਡਾ ਸੰਗਠਨ ਹਰਿਆਣਾ ਬਣ ਚੁੱਕਿਆ ਹੈ, MP ਬਣ ਚੁੱਕਿਆ, ਪੰਜਾਬ ਵੀ ਬਣ ਚੁੱਕਿਆ ਤੇ ਚੰਡੀਗੜ੍ਹ ਦੀ ਵਾਰੀ ਹੈ। ਸਾਡੀ ਮੇਨ ਪਾਰਸ਼ਦਾਂ ਦੀ ਗੱਲ ਹੈ, ਜਦੋਂ ਪਾਰਸ਼ਦ ਨੂੰ ਹਾਊਸ ਵਿੱਚ ਭੇਜਿਆ ਜਾਂਦਾ ਹੈ, ਜਦੋਂ ਉੱਥੇ ਅਸੀਂ ਗੱਲ ਕਰਨੀ ਹੈ, ਉੱਥੇ ਸਾਡੇ ਪ੍ਰਧਾਨ ਨੇ ਗੱਲ ਨਹੀਂ ਕਰਨੀ, ਉੱਥੇ ਅਸੀਂ ਗੱਲ ਕਰਨੀ ਹੈ ਜੀ। ਤੇ ਮੈਡਮ ਨੂੰ ਮੈਂ ਇਹੀ ਪੁੱਛਦਾ ਵੀ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਰਹਿੰਦੇ ਹੋਏ ਇਹ ਗੱਲਾਂ ਸਾਨੂੰ ਹੁਣ ਤੁਸੀਂ ਦੱਸ ਰਹੇ ਹੋ, ਬਾਹਰ ਕੱਢ ਰਹੇ ਹੋ, ਉਸ ਟਾਈਮ ਤੁਸੀਂ ਨਾਲ ਸੀ ਸਾਡੇ, ਉਸ ਟਾਈਮ ਤੁਸੀਂ ਨਹੀਂ ਕਿਸੇ ਦੀ ਗੱਲ ਕੱਟੀ ਜਾਂ ਤੁਹਾਡੀ ਕਿਸੇ ਨੇ ਗੱਲ ਕੱਟੀ। ਅੱਜ ਤੁਸੀਂ ਜਾ ਕੇ ਝੂਠੇ ਐਲੀਗੇਸ਼ਨ ਦੂਜੀ ਪਾਰਟੀ ਵੱਲੋਂ ਲਾ ਰਹੇ ਹੋ ਸਾਡੇ ਉੱਪਰ, ਸਰਾਸਰ ਗਲਤ ਹੈ। ਪਹਿਲਾਂ ਤਾਂ ਮੈਂ ਇਹੀ ਕਹਾਂਗਾ, ਪਹਿਲਾਂ ਤਾਂ ਆਪਣਾ ਸਟੈਂਡ ਪੱਕਾ ਹੋਣਾ ਚਾਹੀਦਾ ਬੰਦੇ ਦਾ। ਗੱਲਾਂ ਆਪਾਂ ਸ਼ਹਿਰ ਦੀ ਬਾਅਦ ਚ ਕਰਾਂਗੇ, ਪਹਿਲਾਂ ਆਪਣਾ ਵਜੂਦ ਆਪਾਂ ਆਪਣਾ ਸਟੈਂਡ ਪੱਕਾ ਕਰੀਏ, ਅਸੀਂ ਲੋਕਾਂ ਲਈ ਕਰਨਾ ਕੀ ਚਾਹੁੰਦੇ ਹਾਂ। ਚਲੋ ਇਹ ਕੰਮ ਨਿਬੇੜ ਮੈਨੂੰ ਕੇ ਆਪਾਂ ਲਾਡੀ ਅੱਗੇ ਜੀ ਦੀ ਵਧੀਏ। ਇਸ ਗੱਲ ਤੇ ਆਬਜੈਕਸ਼ਨ ਹੈਗਾ। ਹਲੇ ਇੱਕ ਨਿਊਜ਼ਪੇਪਰ ਵਿੱਚ ਆਇਆ ਕਿ ਆਮ ਆਦਮੀ ਪ੍ਰੇਮ ਗਰਗ ਜੀ ਨੇ ਕੁਝ ਕਾਉਂਸਲਰ ਦੇ ਸਾਈਨ ਕਰਵਾ ਕੇ ਕਿਹਾ ਮੈਨੂੰ ਦੁਬਾਰਾ ਤੋਂ ਪ੍ਰੈਜ਼ੀਡੈਂਟ ਬਣਾਇਆ ਜਾਏ। ਤੇ ਇੱਕ ਜਿੱਥੇ ਇਹਨਾਂ ਦੀ ਮੀਟਿੰਗ ਹੁੰਦੀ ਹੈ, ਇਹਨਾਂ ਦੇ ਜਿਹੜੇ ਸਹਿਪ੍ਰਭਾਰੀ ਹੈ ਮੋਹਾਲੀ ਵਿੱਚ ਵੀ ਮੀਟਿੰਗ ਹੁੰਦੀ ਹੈ ਕੁਲਵੰਤ ਜੀ ਦੇ ਆਫਿਸ ਵਿੱਚ, ਤੇ ਉਹੀ ਜਿਹੜੇ ਕਾਉਂਸਲਰਸ ਹੈ ਜਿਹੜੇ ਸਾਈਨ ਕਰਦੇ ਆ ਕਿ ਇਹਨਾਂ ਨੂੰ ਹੀ ਦੁਬਾਰਾ ਤੋਂ ਪ੍ਰੈਜ਼ੀਡੈਂਟ ਬਣਾਇਆ ਜਾਏ, ਉਹ ਉੱਥੇ ਹੀ ਲੜ ਪੈਂਦੇ ਆ ਕਿ ਉਹ ਕਹਿੰਦੇ ਆ ਕਿ ਅਸੀਂ ਤੇ ਸਾਈਨ ਸਾਡੇ ਤੋਂ ਕਰਾਏ ਗਏ ਜੀ, ਅਸੀਂ ਹੁਣ ਆਪਣੇ ਸਾਈਨ ਵਾਪਸ ਲੈਣਾ ਚਾਹੁੰਦੇ ਤੇ ਅਸੀਂ ਇਹਨਾਂ ਨੂੰ ਪ੍ਰਧਾਨ ਨਹੀਂ ਬਣਾਉਣਾ ਚਾਹੁੰਦੇ। ਤੇ ਇੰਨਾ ਟਾਈਮ ਆਪਾਂ ਇਹਦਾ ਇੰਨੀ ਜਿਹੜਾ ਕੰਟਰੋਵਰਸੀ ਹੈ ਇਹਦੇ ਵਿੱਚ ਆਪਾਂ ਇੰਨਾ ਟਾਈਮ ਕੱਢਤਾ ਆਪਾਂ। ਚਲੋ ਛੱਡੀ ਆਪਾਂ ਕੂੜੇ ਦੇ ਢੇਰ ਤੇ। ਇਸ ਸਾਹਿਬ ਇਹ ਦੋਵੇਂ ਸਾਥੀ ਤੁਹਾਡੇ ਦੋਸ਼ ਲਾ ਰਹੇ ਨੇ, ਉਹਨਾਂ ਦੇ ਸਿੱਧਾ ਹੀ ਦੋਸ਼ ਲਾਤਾ ਵੀ ਰੋਟੀਆਂ ਹੀ ਤੁਸੀਂ ਸੇਕਦੇ ਜੇ, ਰੋਟੀਆਂ ਖਾਂਦੇ ਵੀ ਜੇ ਉੱਥੋਂ। ਹੁਣ ਗਵਰਨਰ ਸਾਹਿਬ ਨੇ ਅੱਜ ਮੀਟਿੰਗ ਬੁਲਾਈ, ਉਹਨਾਂ ਨੇ ਕੀ ਡਿਸਾਈਡ ਕੀਤਾ ਉਹਦੇ? ਤਾਂ ਲੋਚਨ ਜੀ, ਪਹਿਲੀ ਗੱਲ ਤਾਂ ਜਿਵੇਂ ਹੁਣੇ ਤੁਹਾਡੇ ਸਾਹਮਣੇ ਹੀ ਆ ਗਈ ਗੱਲ ਸਾਹਮਣੇ ਕਿ ਇਹ ਪਾਰਟੀਆਂ ਦਾ ਆਪਸ ਚ, ਔਰ ਵਿਸ਼ੇਸ਼ ਕਰਕੇ ਮੈਂ ਕਹੂੰਗਾ ਆਮ ਆਦਮੀ ਪਾਰਟੀ ਦੂਜਿਆਂ ਤੇ ਦੋਸ਼ ਲਾ ਰਹੇ ਨੇ ਵੀ ਰੋਟੀਆਂ ਸੇਕਦੇ ਨੇ। ਸਭ ਤੋਂ ਜ਼ਿਆਦਾ ਤਾਂ ਇਹਨਾਂ ਦੀ ਆਪਦੀ ਪਾਰਟੀ ਦਾ ਕਲੇਸ਼ ਨਹੀਂ ਖਤਮ ਹੁੰਦਾ। ਇਹਨਾਂ ਦਾ ਇੱਕ ਪਾਰਸ਼ਦ ਇੱਕ ਚੀਜ਼ ਕਹਿੰਦਾ ਹੈ, ਦੂਜਾ ਪਾਰਸ਼ਦ, ਮੈਂ ਹੁਣ ਚਲੋ ਨਾਮ ਨਹੀਂ ਲੈਣਾ ਚਾਹੁੰਦਾ, ਕਿੰਨੇ ਇਹਨਾਂ ਦੇ ਪਾਰਸ਼ਦ ਪਿੱਛੇ ਕੁਝ ਹੋਰ ਕਹਿੰਦੇ ਨੇ ਕਿ ਜੀ ਸਾਡੀ ਪਾਰਟੀ ਦਾ ਦੇਸ਼ ਸੀ। ਐਤਕੀ ਵੀ ਦੇਖੋ ਕਿੱਡਾ ਜ਼ਰੂਰੀ ਮੁੱਦਾ ਹੈ, ਤੁਸੀਂ ਵੀ ਸਮਝਦੇ ਹੋ। ਟਿਕਣ ਦਿੰਦੇ ਜੀ, ਤੁਸੀਂ ਵੀ ਕਿਸੇ ਨਾ ਕਿਸੇ ਢੰਗ ਨਾਲ ਆਪਣੀ ਪਾਰਟੀ 'ਚ ਸ਼ਾਮਲ ਕਰਾਈ ਜਾਂਦੇ। ਨਹੀਂ ਤ੍ਰਿਲੋਚਨ ਜੀ, ਇਸ ਤਰ੍ਹਾਂ ਨਹੀਂ ਹੈ। ਦੇਖੋ ਜੇ ਕੋਈ ਪਾਰਟੀ ਛੱਡ ਕੇ ਆਉਂਦਾ ਹੈ, ਉਹ ਕੋਈ ਨਾ ਕੋਈ ਉਸ ਪਾਰਟੀ 'ਚ ਕਮੀ ਹੁੰਦੀ ਹੈ ਕਿ ਜਿਹੜਾ ਵਿਅਕਤੀ ਉੱਥੇ ਹੁਣ ਤਰੁਣਾ ਜੀ ਆਏ ਨੇ, ਇਹਨਾਂ ਨੇ ਆਪੇ ਦੱਸਿਆ ਕਿਸ ਤਰ੍ਹਾਂ ਆਮ ਆਦਮੀ ਪਾਰਟੀ 'ਚ ਉਹਨਾਂ ਦੇ ਗੁੱਟਬਾਜੀ ਹੈ, ਕਿਸ ਤਰ੍ਹਾਂ ਉਹ ਲੀਡਰਲੈਸ ਪਾਰਟੀ ਹੈ। ਤਾਂ ਜਦ ਤੱਕ ਇੱਕ ਦਿਸ਼ਾ ਨਾ ਹੋਵੇ ਤੇ ਉਹ ਕਿਤੇ ਵੀ ਇੱਕ ਪਾਰਸ਼ਦ ਦਲ। ਸਵਾਲ ਬੜਾ ਵੱਡਾ, ਤਰੁਣਾ ਜੀ ਬੀਜੇਪੀ ਨੂੰ ਛੱਡ ਕੇ ਕਾਂਗਰਸ 'ਚ ਕਿਵੇਂ ਚਲ ਗਏ? ਹੁਕਮਰਾਨ ਤੇ ਅੱਜ ਕੱਲ ਬੀਜੇਪੀ। ਚਲੋ ਉਹ ਤਾਂ ਉਹਨਾਂ ਦੀ ਚੋਇਸ ਹੈਗੀ ਜੀ, ਇਹ ਤਾਂ ਇਹਨਾਂ ਨੇ ਜੋ ਡਿਸਾਈਡ ਕਰਨਾ ਸੀ। ਵੱਡੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਛੱਡ ਕੇ ਆਏ ਨੇ, ਕਿ ਉਸ ਪਾਰਟੀ ਦੀ ਜੋ ਇਹਨਾਂ ਦੱਸਿਆ ਕਿਸ ਤਰ੍ਹਾਂ ਉਹਨਾਂ ਦਾ ਪ੍ਰੈਜ਼ੀਡੈਂਟ ਅੱਜ ਕੋਈ ਨਹੀਂ ਹੈ। ਇਹਨਾਂ ਨੇ ਉਹਨਾਂ ਦੇ ਪ੍ਰਧਾਨ ਦੀ ਵੀ ਗੱਲ ਦੱਸੀ, ਔਰ ਜੋ ਆਪਾਂ ਪਿੱਛੇ ਵੀ ਦੇਖਦੇ ਹਾਂ ਕਿਸ ਤਰ੍ਹਾਂ ਉਹ ਦੋ ਧਿਰਾਂ ਵਿੱਚ ਜੋ ਹੈ ਪਿਛਲੇ ਸਾਰੇ ਸਾਲ ਉਹ ਵੰਡੀ ਰਹੀ ਪਾਰਟੀ। ਔਰ ਅੱਜ ਵੀ ਇਹਨਾਂ ਦਾ ਇਹੀ ਹੈ। ਇਹਨਾਂ ਦੇ ਅੱਧੇ ਪਾਰਸ਼ਦ ਪਿੱਠ ਪਿੱਛੇ ਕੁਝ ਹੋਰ ਗੱਲ ਕਹਿੰਦੇ ਨੇ, ਫੋਨ ਤੇ ਕੁਝ ਹੋਰ ਗੱਲ ਕਹਿੰਦੇ ਨੇ, ਬਾਹਰ ਕੁਝ ਹੋਰ ਗੱਲ ਕਹਿੰਦੇ ਨੇ ਕਿ ਜੀ ਸਾਨੂੰ ਪਾਰਟੀ ਦਾ ਈਵਨ ਆ ਡੰਪਿੰਗ ਗਰਾਊਂਡ ਜਿਹੜਾ ਇਹ ਏਜੰਡਾ ਆਇਆ ਸੀਗਾ, ਇਹਨਾਂ ਦੇ ਆਪਣੇ ਪਾਰਸ਼ਦ ਨਵੇਂ ਆ ਨਾ, ਤਜਰਬਾ ਨਹੀਂ ਤੁਹਾਡੇ ਵਾਂਗ ਘਾਗ ਸਿਆਸਤਦਾਨ ਨਹੀਂ। ਉਹ ਤਜਰਬਾ ਨਹੀਂ, ਉਹ ਇਹਨਾਂ ਦੀ ਲੀਡਰਸ਼ਿਪ 'ਚ ਕਮੀ ਹੈ। ਲੀਡਰਸ਼ਿਪ ਜਿਹੜੀ ਸਾਡੇ ਵੀ ਤਾਂ ਕਿੰਨੇ, ਅਸੀਂ ਤਾਂ ਤਿੰਨ ਆਏ ਆ ਜਿਹੜੇ ਦੁਆਰ ਤੋਂ ਚੁਣ ਕੇ ਆਏ ਆ ਬੀਜੇਪੀ ਦੇ, ਬਾਕੀ ਤਾਂ ਸਾਰੇ ਫਸਟ ਟਾਈਮਰ ਨੇ। ਸਾਡੇ ਵਾਲੇ ਤਾਂ ਕੋਈ ਇਹੋ ਜਿਹਾ ਕੰਮ ਨਹੀਂ ਕਰਦੇ ਉਹ, ਕਿਉਂਕਿ ਸਾਡੀ ਲੀਡਰਸ਼ਿਪ ਅੱਛੀ ਹੈ। ਸਾਡੀ ਲੀਡਰਸ਼ਿਪ ਦਾ ਇਹ ਇੱਕ ਗਰੂਮਿੰਗ ਸਾਡੇ ਵਾਸਤੇ ਵੀ, ਬੀਇੰਗ ਪਾਰਸ਼ਦ ਅਸੀਂ ਵੀ ਪਹਿਲੀ ਵਾਰ ਚੁਣ ਕੇ ਕਦੇ ਆਏ ਸੀਗੇ, ਸਾਡੀ ਵੀ ਗਰੂਮਿੰਗ ਸਾਡੀ ਲੀਡਰਸ਼ਿਪ ਨੇ, ਸਾਡੇ ਸੀਨੀਅਰ ਜਿਹੜੇ ਕਾਉਂਸਲਰ ਉਸ ਵੇਲੇ ਦੇ ਸੀ ਜਾਂ ਸਾਡੇ ਜਿਹੜੇ ਪ੍ਰਧਾਨ ਜਾਂ ਜਿਹੜੇ ਪਾਰਟੀ ਦੀ ਲੀਡਰਸ਼ਿਪ, ਉਹ ਸਾਨੂੰ ਦਿਸ਼ਾ ਦਿੰਦੇ। ਸਾਡੀ ਵੀ ਗਰੂਮਿੰਗ ਐਜ਼ ਲੀਡਰ ਹੁੰਦੀ ਹੈ ਹਰੇਕ ਦੀ। ਚਾਰ ਗੁੱਟ ਇੱਧਰ ਵੀ ਹੈ ਬੀਜੇਪੀ। ਸਾਡਾ ਕੋਈ ਗੁੱਟ ਨਹੀਂ ਹੈ ਜੀ, ਸਾਡਾ ਕੋਈ ਗੁੱਟ ਨਹੀਂ ਹੈ। ਇਹਨਾਂ ਦੇ ਤਾਂ ਸਾਹਮਣੇ ਸਭ ਨੂੰ ਪਤਾ ਹੈ, ਜਗ ਜ਼ਾਹਿਰ ਹੈ। ਇਹਨਾਂ ਦੇ ਜਗ ਜ਼ਾਹਿਰ ਹੈ, ਇਹਨਾਂ ਦੇ ਜਗ ਜ਼ਾਹਿਰ ਹੈ, ਇਹਨਾਂ ਦੇ ਜਗ ਜ਼ਾਹਿਰ ਹੈ। ਚਾਰ ਗਰੁੱਪ ਨੇ, ਉਹ ਕਹੀ ਜਾਣ ਜੀ ਜੋ ਮਰਜੀ, ਇਹਨਾਂ ਦਾ ਜਗ ਜ਼ਾਹਿਰ ਹੈ। ਸਾਡੇ ਤਾਂ ਇਹ ਕਹਿ ਰਹੇ ਕਿੰਨੇ ਗਰੁੱਪ ਹੈ ਜੀ? ਸਾਡੀ ਪਾਰਟੀ ਤਾਂ ਇਕਜੁੱਟਤਾ ਹੈਗੀ ਹੈ, ਤੇ ਜਿਹੜੇ ਪਾਰਟੀ ਦੀ ਜਿਹੜੇ ਲੀਡਰਸ਼ਿਪ ਨੇ, ਸੀਨੀਅਰ ਲੀਡਰਸ਼ਿਪ ਨੇ ਜਿਹੜੀ ਵੀ ਡਾਇਰੈਕਸ਼ਨ ਦਿੰਦੇ ਆ ਤੇ ਸਾਰੇ ਕਾਉਂਸਲਰ ਇਕਜੁੱਟ ਹੋ ਕੇ। ਚਲੋ ਆਪਾਂ ਗਵਰਨਰ ਦੇ ਆਈਏ, ਕਹਿੰਦੇ ਗਵਰਨਰ ਦੀ ਮੀਟਿੰਗ 'ਚ ਤੁਸੀਂ ਬਹੁਤ ਡਿਟੇਲ 'ਚ ਦੱਸਿਆ। ਤੁਸੀਂ ਪਹਿਲੀ ਗੱਲ ਤਾਂ ਥੋੜਾ ਦੱਸੋ, ਨਵਾਂ ਜਿਹੜਾ ਆਰਜੀ ਸ਼ੈੱਡ ਲਾਉਣਾ ਹੈ, ਇਹ ਪ੍ਰੋਜੈਕਟ ਦਾ ਵਿਰੋਧ ਕਿਉਂ ਕਰਦੇ ਜੇ, ਤੇ ਗਵਰਨਰ ਸਾਹਿਬ ਕੋਲ ਕੀ ਮੁੱਦੇ ਉਠਾਏ ਤੁਸੀਂ? ਇਸ ਪਲਾਂਟ ਨੂੰ ਲੈ ਕੇ ਜਿਹੜਾ ਗੱਲਬਾਤ ਸੀਗੀ ਉਹ ਇਹ ਸੀਗਾ, ਜਿਹੜਾ 2 ਸਾਲ ਲਈ ਟੈਂਪਰੇਰੀ ਪਲਾਂਟ ਲੱਗਣਾ ਹੈ ਤੇ 15 ਸਾਲ ਲਈ ਜਿਹੜੇ O&M ਵਾਸਤੇ ਇਹਨੂੰ ਚਲਾਇਆ ਜਾਏਗਾ। ਮਤਲਬ ਟੋਟਲ ਮਿਲਾ ਕੇ 17 ਸਾਲ ਵਾਸਤੇ ਪਲਾਂਟ ਲੱਗ ਰਿਹਾ ਸੀਗਾ। ਤੇ ਇਹਦੇ ਤੇ ਜਿਹੜੀ ਸੀਗੀ ਸਾਨੂੰ ਸੀਗਾ ਹਾਊਸ ਵਿੱਚ ਜਿਹੜਾ ਲਿਆਇਆ ਗਿਆ ਏਜੰਡਾ, ਇਹਦੇ ਤੇ ਪ੍ਰੋਪਰ ਕਾਂਗਰਸ ਪਾਰਟੀ ਦਾ ਜਿਹੜਾ ਸਟੈਂਡ ਸੀਗਾ ਕਿ ਟੈਕਨੀਕਲ ਡਿਸਕਸ਼ਨ ਹੋਣੀ ਚਾਹੀਦੀ ਹੈ।
ਤੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਜਿਹੜੇ ਕੁਐਸਚਨ ਸ਼ੁਰੂ ਕੀਤੇ, ਫਜ਼ੂਲ ਦੀਆਂ ਗੱਲਾਂ ਸ਼ੁਰੂ ਕੀਤੀਆਂ, ਉਹਦੇ ਕਰਕੇ ਕੀ ਹੋਇਆ, ਉਹਨਾਂ ਨੂੰ ਤਾਂ ਹਾਊਸ ਤੋਂ ਬਾਹਰ ਕੱਢਿਆ ਗਿਆ। ਜਿਹੜੀ ਅਸੀਂ ਆਪਣੇ ਟੈਕਨੀਕਲ ਪੁਆਇੰਟਸ ਰੱਖਣਾ ਚਾਹੁੰਦੇ ਸੀਗੇ, ਤੁਸੀਂ ਕਹਿੰਦੇ ਇਹਦਾ ਮਤਲਬ ਉਹ ਗਲਤ ਕਹਿ ਰਹੇ ਨੇ, ਗਾਲਾਂ ਗੁਲਾਂ ਨਹੀਂ ਕੱਢੀਆਂ? ਨਹੀਂ, ਜਿਹੜਾ ਕੁਝ ਵੀ ਹੋਇਆ ਹਾਊਸ ਵਿੱਚ ਗਲਤ ਹੋਇਆ, ਜਿਨ੍ਹਾਂ ਵੱਲੋਂ ਵੀ ਗਾਲਾਂ ਕੱਢੀਆਂ ਗਿਆ, ਇੱਕ ਦੂਜੇ ਨੂੰ ਗਾਲਾਂ ਕੱਢੀਆਂ ਗਿਆ, ਉਹ ਗਲਤ ਕੱਢੀਆਂ। ਵੈਸੇ ਜੋ ਵੀ ਹੋਇਆ ਉਹ ਗਲਤ ਹੋਇਆ, ਕਿਉਂਕਿ ਜਿਹੜਾ ਸਦਨ ਹੈਗਾ ਜੀ, ਅਸੀਂ ਤਾਂ ਥੋੜੇ ਦੂਰ ਬੈਠੇ ਸੀਗੇ, ਸਾਨੂੰ ਜਦ ਸ਼ੋਰ ਆਇਆ ਤੇ ਅਸੀਂ ਥੋੜਾ ਉਹਨਾਂ ਨੂੰ ਛਡਾਉਣ ਵਾਸਤੇ ਵੀ ਆਪਣੀ ਸੀਟਾਂ ਤੋਂ ਉੱਠ ਕੇ ਗਏ, ਤੇ ਜੋ ਵੀ ਆਪਾਂ ਵੀਡੀਓ ਵਾਇਰਲ ਹੋਈਆਂ, ਵੀਡੀਓ ਕਲਿੱਪਸ ਨਿਕਲੀਆਂ, ਉਹਦੇ ਜ਼ਰੀਏ ਸਾਨੂੰ ਪਤਾ ਲੱਗਿਆ, ਕਿਉਂਕਿ ਸਾਡੀ ਸੀਟਸ ਥੋੜੀ ਦੂਰ ਸੀਗੀਆਂ। ਜੋ ਵੀ ਹਾਊਸ ਵਿੱਚ ਹੋਇਆ ਇਹ ਨਹੀਂ ਹੋਣਾ ਚਾਹੀਦਾ ਸੀਗਾ, ਕਿਉਂਕਿ ਜਿਹੜਾ ਹਾਊਸ ਹੁੰਦਾ ਉਹ ਲੋਕਤੰਤਰ ਦਾ ਮੰਦਿਰ ਹੈ, ਉਹਦੀ ਇੱਕ ਮਰਿਆਦਾ ਹੈ। ਗਵਰਨਰ ਸਾਹਿਬ ਦੀ ਆਪਾਂ ਗੱਲ ਕਰੀਏ, ਕੀ ਮੀਟਿੰਗ 'ਚ ਕੀ ਗੱਲ ਹੋਈ ਫਿਰ? ਮੀਟਿੰਗ ਜਿਹੜੀ ਸੀਗੀ ਉਹ ਟੈਕਨੀਕਲ ਪੁਆਇੰਟਸ ਜਿਹੜੇ RFP ਨੂੰ ਲੈ ਕੇ, ਇਹਦੀ ਇੱਕ RFP ਬਣਾਈ ਗਈ ਹੈ, ਉਹਨੂੰ ਲੈ ਕੇ ਸਾਡੇ ਟੈਕਨੀਕਲਸ ਕੁਝ ਜਿਹੜੇ ਸੀਗੇ, ਆਪਾਂ ਉਹਦੇ ਤੇ ਡਿਸਕਸ਼ਨ ਕਰਨਾ ਚਾਹੁੰਦੇ ਸੀਗੇ ਕਿ ਉਹਦੇ ਵਿੱਚ ਕੁਝ ਚੇਂਜਸ ਹੋਣੇ ਚਾਹੀਦੇ ਗਵਰਨਰ ਸਾਹਿਬ ਮੰਨੇ ਕੁਝ ਇਸ ਤੇ ਅਸੀਂ ਆਪਣੀ ਪੂਰੀ ਗੱਲਬਾਤ ਖੁੱਲ ਕੇ ਰੱਖੀ, ਜਿਹੜੀ ਆਪਾਂ ਹਾਊਸ ਵਿੱਚ ਵੀ ਕਰਨਾ ਚਾਹੁੰਦੇ ਸੀਗੇ, ਤੇ ਗਵਰਨਰ ਸਾਹਿਬ ਨੇ ਇਹ ਕਿਹਾ ਕਿ ਇਹਦੇ ਵਾਸਤੇ ਇੱਕ ਪਾਵਰ ਕਮੇਟੀ ਹੈਗੀ ਹੈ, ਉਹਦੇ ਵਿੱਚ ਜਿਹੜੀ ਇਹ ਪ੍ਰੀ ਬਿਡ ਕੀਤੀ ਜਾਏਗੀ ਤੇ ਉਹਦੇ ਵਿੱਚ ਇਸ ਪੁਆਇੰਟ ਨੂੰ ਕੰਸੀਡਰ ਕੀਤਾ ਜਾਏਗਾ, ਤੇ ਇਹਦੇ ਵਿੱਚ ਜਿਹੜੇ ਹਰ ਪਾਰਟੀ ਦੇ ਕਾਉਂਸਲਰਸ ਹੈਗੇ ਹੈ, ਹਰ ਪਾਰਟੀ ਦੇ ਆਲਰੇਡੀ ਇੱਕ ਕਾਉਂਸਲਰ ਹੈ, ਤੇ ਬਾਕੀ ਵੀ 1-2 ਕਾਉਂਸਲਰ ਨੂੰ ਆਉਣ ਦੀ ਇਜਾਜ਼ਤ ਹੈ। ਜਦ ਵੀ ਇਹ ਪ੍ਰੀ ਬਿਡ ਮੀਟਿੰਗ ਰੱਖੀ ਜਾਏਗੀ, ਪ੍ਰੀ ਬਿਡ ਹੋਏਗੀ ਤੇ ਇੱਕ ਮੀਟਿੰਗ ਕਾਲ ਕੀਤੀ ਜਾਏਗੀ, ਤੇ ਉਹਦੇ ਵਿੱਚ ਹਰ ਪਾਰਟੀ ਦੇ 2 ਤੋਂ ਲੈ ਕੇ 3 ਕਾਉਂਸਲਰ ਬੈਠ ਸਕਦੇ। ਗਵਰਨਰ ਸਾਹਿਬ ਦੀ ਮੀਟਿੰਗ ਤੋਂ ਤੁਸੀਂ ਸੰਤੁਸ਼ਟ ਜੇ? ਨਹੀਂ ਜੀ, ਬਿਲਕੁਲ ਅਸੀਂ ਉਹਨੂੰ ਬਿਲਕੁਲ ਰਿਜੈਕਟ ਕਰਦੇ ਹਾਂ, ਤੇ ਉਹਨਾਂ ਦੀ ਜਿੰਨੀ ਗੱਲਾਂ ਮੀਟਿੰਗ 'ਚ ਹੋਈਆਂ ਸਭ ਦੀਆਂ ਅਸੀਂ ਉਹਦਾ ਬਾਈਕਾਟ ਕਰਦੇ, ਗੱਲਾਂ ਦਾ ਅਸੀਂ ਸੁਣਨਾ ਵੀ ਨਹੀਂ ਚਾਹੁੰਦੇ ਗੱਲਾਂ। ਓਕੇ, ਅੱਜ ਤੋਂ ਪਹਿਲਾਂ 2008 ਤੋਂ ਲੈ ਕੇ ਅੱਜ ਤੱਕ ਜੀ 4 ਵਾਰ ਆਈ ਥਿੰਕ ਗਵਰਨਰ ਸਾਹਿਬ ਜਾ ਚੁੱਕੇ ਨੇ ਉੱਥੇ, ਜਿਹੜੇ ਮੌਕੇ ਦੇ ਗਵਰਨਰ ਰਹੇ ਨੇ, ਔਰ 2019 ਦੀ ਰਿਕਾਰਡ 'ਚ ਵਿੱਚ ਹੈਗਾ ਕਿ ਗਵਰਨਰ ਸਾਹਿਬ ਨੇ ਕਿਹਾ ਸੀ ਕਿ ਮੈਂ ਮੰਥ 'ਚ 1 ਵਾਰ ਆਇਆ ਕਰਾਂਗਾ, ਤੇ ਤੁਹਾਡੀ ਸੰਸਦ ਹਫ਼ਤੇ 'ਚ 1 ਵਾਰ ਡੰਪਿੰਗ ਗਰਾਊਂਡ ਦਾ ਮੁਆਇਨਾ ਕਰਨ ਜੋ ਲੱਗਿਆ ਹੋਇਆ ਉਹਨੂੰ ਦੇਖਣ ਵਾਸਤੇ, ਨਿਸ਼ਕਸ਼ ਕਰਨ ਵਾਸਤੇ ਆਣਗੇ, ਤੇ ਹਰ 6 ਮਹੀਨੇ ਬਾਅਦ ਇਹਨਾਂ ਦੀ ਸਟੇਟਮੈਂਟ ਚੇਂਜ ਹੁੰਦੀ ਹੈ, ਕੰਮ ਹੋਰ ਹੁੰਦਾ ਹੈ, ਪੇਪਰ ਕੁਝ ਹੋਰ ਹੁੰਦੇ ਹੈ। ਸਾਡਾ ਵਿਰੋਧ ਕਿਸ ਕਾਰਨ ਹੈ? ਦੇਖੋ, ਇਸ ਕਾਰਨ ਹੈ ਤੁਸੀਂ ਪਿਛਲੇ 12-13 ਸਾਲ ਤੋਂ ਕਾਂਗਰਸ ਹੈ, ਭਾਜਪਾ ਹੈ, ਜਨਤਾ ਨੂੰ ਗੁੰਮਰਾਹ ਕਰਦੇ ਹੋ। 6 ਮਹੀਨੇ ਬਾਅਦ ਤੁਹਾਡੇ ਪੇਪਰ ਚੇਂਜ ਹੋ ਜਾਂਦੇ ਨੇ, ਤੁਹਾਡੀ ਸਕੀਮ ਪਾਲਿਸੀ ਚੇਂਜ ਹੋ ਜਾਂਦੀ ਹੈ, ਤੇ ਤੁਹਾਡੇ ਬਿਆਨ। ਇਸ 6 ਜੂਨ ਦੀ ਮੀਟਿੰਗ ਤੋਂ ਪਹਿਲਾਂ ਇੱਕ ਮੀਟਿੰਗ ਹੋਰ ਸੀ ਜਿਹਦੇ ਵਿੱਚ ਮੈਂ ਨਹੀਂ ਜਾ ਸਕਿਆ ਕਿਸੇ ਕਾਰਨਵਸ਼, ਉਹਦੇ ਵਿੱਚ ਭਾਜਪਾ ਦੇ ਪਾਰਸ਼ਦਾਂ ਨੇ ਰਿਕਾਰਡ ਵੀਡੀਓ ਹੈਗੀ ਉਹਦੀ, ਇਹਨਾਂ ਨੇ ਖੁਦ ਵਿਰੋਧ ਕੀਤਾ ਹੈ ਵੀ ਇਹ ਨਹੀਂ ਲੱਗਣਾ ਚਾਹੀਦਾ। 1 ਮਹੀਨੇ ਬਾਅਦ ਇਹਨਾਂ ਦੀ ਪਾਲਿਸੀ ਚੇਂਜ ਹੋ ਗਈ ਹੈ, ਤੇ ਤੁਸੀਂ ਕੀ ਸਮਝਦੇ ਹੋ ਜਿਹੜੇ 1 ਮਹੀਨੇ ਦਾ ਸਟੈਂਡ ਨਹੀਂ ਰੱਖ ਸਕਦੇ ਉਹ ਡੰਪਿੰਗ ਗਰਾਊਂਡ ਨੂੰ ਖਤਮ ਕਰ ਦੇਣਗੇ? ਸਾਰਾ ਝੂਠ ਹੈ। ਅਸੀਂ ਉਸ ਦਿਨ ਵੀ ਮੈਂ ਇਹੀ ਸਵਾਲ ਕੀਤਾ ਸੀ, ਸਾਡੀ ਪਾਰਟੀ ਚਾਹੁੰਦੀ ਹੈ ਸਾਨੂੰ ਪਿਛਲਾ ਹਿਸਾਬ ਦਿਓ, ਅਸੀਂ ਟੈਕਨੀਕਲ ਪੁਆਇੰਟ ਤੁਹਾਨੂੰ ਦੱਸਾਂਗੇ, ਆਪਣੇ ਐਕਸਪਰਟ ਲੈ ਕੇ ਆਵਾਂਗੇ, ਕਿੱਥੇ ਕਮੀ ਹੈ, ਕਿੱਥੇ ਠੀਕ ਕਰ ਸਕਦੇ ਹੋ, ਕਿੱਥੇ ਨਹੀਂ। ਜਿਹੜਾ ਕੰਮ 20 ਕਰੋੜ 'ਚ ਹੁੰਦਾ ਤੁਸੀਂ ਉਹਨੂੰ 400 ਕਰੋੜ 'ਚ ਕਰ ਰਹੇ ਹੋ। ਨੀਟਰ ਨੇ ਬਕਾਇਦਾ ਇਹ ਗੱਲ ਕਹੀ ਹੈ, ਤੁਸੀਂ ਮੈਨੂੰ 6 ਮਹੀਨੇ ਦਾ ਟਾਈਮ ਦਿਓ ਤੇ 14.5-15 ਕਰੋੜ ਰੁਪਏ ਦਿਓ, ਮੈਂ ਇਹਦੇ ਉੱਪਰ ਦਵਾਈ ਪਾ ਕੇ ਇਹਨੂੰ ਖਾਦ ਬਣਾ ਕੇ ਜੋ ਮਰਜ਼ੀ ਕਰਨਾ ਖਾਦ ਤੁਹਾਡਾ ਮੈਂ ਡੰਪਿੰਗ ਗਰਾਊਂਡ ਖਾਲੀ ਕਰ ਦਾਂਗਾ, ਤੁਸੀਂ ਫੁੱਟਬਾਲ ਗਰਾਊਂਡ ਬਣਾ ਲਓ ਭਾਵੇਂ ਉੱਥੇ। ਇਹਨਾਂ ਨੇ ਕਿਹਾ ਸੀ ਫੁੱਟਬਾਲ ਗਰਾਊਂਡ ਬਣਾਵਾਂਗੇ 2018-19 ਚ, ਉਹ ਦੇਖ ਲਓ ਗਰਾਊਂਡ ਕੀ ਬਣਨਾ ਸੀ, ਉੱਥੇ ਤਾਂ ਬੱਚਿਆਂ ਦੇ ਭਵਿੱਖ ਖਤਮ ਕਰਦੇ। ਬੜੇ ਗੰਭੀਰ ਦੋਸ਼ ਲੱਗ ਰਹੇ ਆ ਤੁਹਾਡੀ ਪਾਰਟੀ ਦੇ ਵੀ ਤੁਸੀਂ ਦਾਅਵੇ ਕਰਦੇ ਜੇ, ਤੁਸੀਂ ਝੂਠ ਬੋਲਦੇ ਜੇ, ਤੁਸੀਂ ਤੇ 8 ਕਰੋੜ ਦਾ ਕੰਮ ਜਿਹੜਾ ਕਈ ਸੈਂਕੜੇ ਕਰੋੜ ਚ ਕਰਾਉਣ ਨੂੰ ਕਰੇ ਕਰਦੇ। ਤਰਲੋਚਨ ਜੀ, ਪਹਿਲੀ ਗੱਲ ਤਾਂ ਸਾਡੇ ਵੀਰ ਜੀ ਨੇ ਹੁਣੇ ਗੱਲ ਕੀਤੀ ਨੀਟਰ ਦੀ ਰਿਪੋਰਟ ਦੀ, ਕੋਈ ਚਿੱਠੀ ਦੀ, ਮੈਨੂੰ ਤਾਂ ਅਜੇ ਤੱਕ ਕੋਈ ਚਿੱਠੀ ਕਦੇ ਦਿਖੀ ਨਹੀਂ, ਪਤਾ ਨਹੀਂ ਕਿਹੜੀ ਚਿੱਠੀ ਦੀ ਗੱਲ ਕਰ ਰਹੇ ਨੇ। ਇਹ ਜਾਂਦੀ ਹੈ ਜੀ ਕਾਰਪੋਰੇਸ਼ਨ ਕਮਿਸ਼ਨਰ ਕੋਲ, ਐਡਵਾਈਜ਼ਰ ਕੋਲ, ਤੇ ਇਹਨਾਂ ਨੇ ਰਿਜੈਕਟ ਕੀਤੀ ਹੈ। ਸਾਡੇ ਕੋਲ ਤਾਂ ਹੀ ਨਹੀਂ ਜੀ, ਹਾਊਸ 'ਚ ਉਹਨਾਂ ਦੀ ਕੋਈ ਅਥਾਰਟੀ ਨਹੀਂ, ਕੋਈ ਪਾਲਿਸੀ ਮੈਟਰ ਹੁੰਦਾ ਹਮੇਸ਼ਾ ਹਾਊਸ 'ਚ ਆਉਂਦਾ ਹੈਗਾ, ਸੋ ਇਹ ਮੈਨੂੰ ਨਹੀਂ ਪਤਾ ਕਿਹੜੀ ਚਿੱਠੀ ਦੀ ਗੱਲ ਕਰ ਰਹੇ ਨੇ। ਔਰ ਹੋਰ ਵੀ ਜਿਹੜੀ ਸਟੇਟਮੈਂਟਸ ਆ, ਭਾਵੇਂ ਗਵਰਨਰ ਸਾਹਿਬ ਦੀ ਕਹਿ ਰਹੇ, ਕਿਸੇ ਦੀ ਕਹਿ ਰਹੇ ਨੇ, ਉਹ ਮੈਨੂੰ ਨਹੀਂ ਪਤਾ ਕਿੱਥੋਂ ਦੀਆਂ ਸਟੇਟਮੈਂਟਸ ਕਿਹੜੀਆਂ ਦੀ ਗੱਲ ਕਰ ਰਹੇ ਨੇ। ਸਾਡੇ ਕਿਸੇ ਬੰਦੇ ਨੇ ਕੋਈ ਇਸ ਤਰ੍ਹਾਂ ਨਹੀਂ। ਹਾਂ, ਸਾਡੇ ਜਿਹੜਾ ਵੀ ਮੇਅਰ ਰਿਹਾ, ਸਾਡੇ ਸੰਸਦ, ਸਾਡੇ ਭਾਵੇਂ ਜੋ ਹੈ ਸ਼ਹਿਰ ਦੇ ਗਵਰਨਰ ਅਸੀਂ ਕਵਾਂਗੇ, ਪ੍ਰਸ਼ਾਸਕ ਜਿਹੜੇ ਨੇ ਉਹ ਜਾਂਦੇ ਰਹੇ ਨੇ ਟਾਈਮ ਟੂ ਟਾਈਮ ਉੱਥੇ ਪੂਰਾ ਉਸਦਾ। ਹੁਣ ਮੈਂ ਇਹਨਾਂ ਨੂੰ ਇੱਕ ਤਾਂ ਆਮ ਆਦਮੀ ਪਾਰਟੀ ਨੂੰ ਇਹ ਪੁੱਛਣਾ ਚਾਹੁੰਦਾ, ਪਹਿਲੀ ਗੱਲ ਇਹ ਅੱਜ ਕਿਆ ਇਹ ਚਾਹੁੰਦੇ ਨੇ ਕੂੜਾ ਖਤਮ ਕਰਨਾ ਜਾਂ ਨਹੀਂ ਚਾਹੁੰਦੇ, ਪਲਾਂਟ ਲੱਗਣ ਦੇਣਾ ਚਾਹੁੰਦੇ ਨੇ ਜਾਂ ਨਹੀਂ ਚਾਹੁੰਦੇ, ਹਾਂ ਜਾਂ ਨਾ ਚ ਜਵਾਬ ਦੇ ਦੇਣ। ਕੂੜਾ ਖਤਮ ਹੋਏਗਾ, ਪਲਾਂਟ ਲੱਗੇਗਾ, ਪਰ ਉਹਦੇ ਵਿੱਚ ਕੰਡੀਸ਼ਨ ਹੋਣਗੀਆਂ, ਸਾਨੂੰ ਦੱਸਿਆ ਜਾਏਗਾ ਪੈਸਾ ਕਿੱਥੋਂ ਆ ਰਿਹਾ, ਕਿੰਨਾ ਆ ਰਿਹਾ, ਕਿੱਥੇ ਲੱਗ ਰਿਹਾ ਹੈ। ਇਹ ਧੱਕੇ ਨਾਲ ਸਾਨੂੰ ਬਾਹਰ ਕੱਢ ਕੇ
ਜਿਹੜਾ ਕੰਮ 20 ਕਰੋੜ ਚ ਹੋਣਾ ਉਹ 400 ਕਰੋੜ ਚ ਕਰ ਰਹੇ, ਮੈਂ ਬਾਰ-ਬਾਰ ਕਰ ਰਿਹਾ, 400 ਕਰੋੜ ਦਾ ਕੰਮ ਨਹੀਂ ਹੈ। ਇਹਦੇ ਵਿੱਚ ਇਹਨਾਂ ਨੇ ਪੈਸਾ ਖਾਣਾ ਹੈ, ਲੋਕਾਂ ਨੂੰ ਗੁੰਮਰਾਹ ਕਰਨਾ ਹੈ ਤੇ ਲੋਕ ਸਭਾ ਇਲੈਕਸ਼ਨ 2024 ਦਾ ਇਹਨਾਂ ਨੇ ਲੜਨਾ ਹੈ। ਮੈਂ ਇਹਨਾਂ ਦੀ ਗੱਲ ਦੱਸਦਾ, ਹਜੇ ਉਹ ਟੈਂਡਰ ਫਲੋਟ ਹੋਏਗਾ। ਹੁਣ ਪਤਾ ਨਹੀਂ ਇਹਨਾਂ ਨੂੰ ਸ਼ਾਇਦ ਟੈਂਡਰ ਦੀ ਪ੍ਰਕਿਰਿਆ ਦਾ ਧਿਆਨ ਸ਼ਾਇਦ ਨਹੀਂ ਹੋਏਗਾ। ਜੋ ਟੈਂਡਰ ਫਲੋਟ ਹੁੰਦਾ ਜੇ ਕੋਈ 20 ਕਰੋੜ ਚ ਕੰਮ ਹਾਲੇ ਪ੍ਰਪੋਜ਼ਲ ਹੀ ਹੈ, ਹਜੇ ਤਾਂ ਟੈਂਡਰ ਫਲੋਟ ਹੋਏਗਾ ਜੀ। ਹਜੇ ਤਾਂ ਇੱਕ RFP ਡਾਕੂਮੈਂਟ ਆਇਆ ਹੈ, ਉਸ ਦੇ ਵਿੱਚ ਦੱਸਿਆ ਗਿਆ ਕਿ ਅਸੀਂ ਇੱਕ ਜਿਹੜੀ ਨੀਰੀ ਹੈ, ਨੀਰੀ ਨੈਸ਼ਨਲ ਲੈਵਲ ਦਾ ਇੰਸਟੀਚਿਊਟ ਹੈ, ਐਮੀਨੈਂਸ ਦਾ ਇੰਸਟੀਚਿਊਟ ਹੈ, ਜੋ ਹੈ ਜਿਸ ਚ ਸਾਇੰਟਿਸਟ ਟੌਪ ਦੇ ਦੇਸ਼ ਦੇ ਔਰ ਵਿਦੇਸ਼ਾਂ ਤੱਕ ਜੋ ਹੈ। ਅੱਜ ਗਵਰਨਰ ਸਾਹਿਬ ਨੇ ਵੀ ਦੱਸਿਆ ਕਿ ਨੀਰੀ ਨੂੰ ਐਜ਼ ਕੰਸਲਟੈਂਟ ਵਿਦੇਸ਼ੀ ਸਰਕਾਰਾਂ, ਵਿਦੇਸ਼ੀ ਜੋ ਹੈ ਉੱਥੇ ਦੇ ਅਧਾਰੇ ਉਹ ਵੀ ਨੀਰੀ ਤੋਂ ਐਕਸਪਰਟਿਜ਼ ਟੈਕਨੀਕਲ ਲੈਂਦੇ ਨੇ ਜੀ। ਤੇ ਮੈਂ ਐਜ਼ ਪਾਰਸ਼ਦ ਮੈਂ ਕਹਾਂ ਕਿ ਮੈਨੂੰ ਪਤਾ ਹੈ ਜੀ ਇਹ ਜਿਹੜਾ ਹੈ ਪਲਾਜ਼ਮਾ ਟੈਕਨੋਲੋਜੀ ਜਾਂ ਆਹ ਟੈਕਨੋਲੋਜੀ ਮੈਂ ਨਹੀਂ ਦੱਸ ਸਕਦਾ। ਸਾਡੇ ਚੋਂ ਮੈਨੂੰ ਨਹੀਂ ਲੱਗਦਾ ਸਾਡੇ ਚੋਂ ਕੋਈ ਵੀ ਟੈਕਨੀਕਲੀ ਇੰਨਾ ਕੇਪੇਬਲ ਐਕਸਪਰਟੀਜ਼ ਸਾਡੀ ਹੈਗੀ ਵੀ ਅਸੀਂ ਇਹ ਦੱਸ ਸਕੀਏ ਕਿਹੜੀ ਟੈਕਨੋਲੋਜੀ ਜਾਂ ਕਿਵੇਂ, ਕਿਹੜੀ ਖਾਦ ਪਾਉਣੀ, ਕਿਹੜੀ ਦਵਾਈ ਪਾਉਣੀ, ਕਿਹਦੇ ਨਾਲ ਕੀ ਬਣ ਜਾਏਗਾ। ਤਾਂ ਉਹ ਜਿਹੜੀ ਹੈ ਉਹ ਨੀਰੀ ਨੇ ਸਾਰੀ ਜੋ ਹੈ ਸਟੱਡੀ ਕਰਕੇ ਕਿ ਸਾਡਾ ਕੂੜਾ ਕਿਸ ਪ੍ਰਕਾਰ ਦਾ, ਕਿੰਨਾ ਕੂੜਾ ਹੈ ਚੰਡੀਗੜ੍ਹ ਸ਼ਹਿਰ ਦਾ ਆਉਂਦਾ, ਕਿੰਨਾ ਉਸ ਚ ਡਰਾਈ ਹੈ, ਡੇਲੀ ਕਿੰਨਾ ਕੰਮ ਦਾ ਕੂੜਾ ਡੇਲੀ ਅੱਜ ਦੀ ਡੇਟ ਚ 450 ਤੋਂ 500 ਕਰੋੜ ਜਿਹੜਾ ਮੀਟ੍ਰਿਕ ਟਨ ਪਰ ਡੇ ਹੈ। ਤੇ ਇਹ ਐਕਸਪੈਕਟਡ ਐਂਟੀਸਿਪੇਟਡ ਕਿਉਂਕਿ ਪਿਛਲੇ 10-15 ਸਾਲ ਦਾ ਅੰਦਾਜ਼ਾ ਲਾ ਕੇ ਅਗਲੇ ਕਿਉਂਕਿ ਇਹ 15 ਸਾਲ ਚੱਲਣਾ ਹੈ, ਉਹਦਾ ਫਿਊਚਰ ਜਿਹੜਾ ਹੈ ਉਹਨੂੰ ਵਿੱਚ ਫਿਊਚਰ ਇਨਕਰੀਜ਼ ਲਗਾ ਕੇ 6 ਤੋਂ 650 ਟਨ ਦਾ ਇਹਦੇ ਚ ਪ੍ਰਪੋਜ਼ਲ ਹੈ ਕਿ ਉਹਨਾਂ ਇਹ ਪਲਾਂਟ ਜਿਹੜਾ ਹੈ ਪੀਕ ਕੈਪੈਸਿਟੀ ਦੇ ਕਰ ਸਕੇਗਾ ਜਦੋਂ ਉਹ ਕਰੇਗਾ। ਤੇ ਉਹ ਅਸੀਂ ਯਾਨੀ ਅਗਲੇ ਭਵਿੱਖ ਦਾ ਜਿਹੜਾ ਹੈ ਉਹਨੂੰ ਅੱਜ ਉਹ ਨੀਰੀ ਦੇ ਟੈਕਨੀਕਲ ਐਕਸਪਰਟੀਜ਼ ਨਾਲ, ਔਰ ਇਹ ਨੀਟਰ ਦੀ ਗੱਲ ਕਰ ਰਹੇ ਹਾਂ ਅਸੀਂ ਤਾਂ IIT ਰੋਪੜ ਤੋਂ, ਉਹਨਾਂ ਤੋਂ ਇਹ ਐਕਸਪਰਟੀਜ਼ ਉਹਨਾਂ ਨੇ IIT ਨੇ ਅਸੀਂ ਇੰਗੇਜ ਕੀਤਾ ਸੀ, IIT ਨੇ ਇਹ ਸਾਰਾ ਕੁਝ ਦੱਸਿਆ। ਉਸ ਤੋਂ ਬਾਅਦ ਨੀਰੀ ਵਿੱਚ ਆਈ, ਉਹਨਾਂ ਨੇ ਆਪਦੀ ਜਿਹੜੇ ਉਹਨਾਂ ਟੌਪ ਲੈਵਲ ਦੇ ਜੋ ਮੈਂ ਕਹਿੰਦਾ ਵਿਸ਼ਵ ਦੇ ਸਭ ਤੋਂ ਵੱਡੇ ਇੰਸਟੀਟਿਊਸ਼ਨਸ ਨੇ, ਉਹਨਾਂ ਦੇ ਐਕਸਪਰਟਸ ਨੇ ਸਾਨੂੰ ਇਹ ਸਾਰੀ ਚੀਜ਼ਾਂ ਸੁਜੈਸਟ ਕੀਤੀਆਂ। ਉਹਨਾਂ ਨੇ ਸਾਡਾ RFP ਡਾਕੂਮੈਂਟ ਤਿਆਰ ਕੀਤਾ, ਉਹਦੇ ਚ ਕਿਆ ਜੋ ਅਸੀਂ ਪਹਿਲਾਂ ਇੱਕ ਭੁਗਤ ਭੋਗੀਆਂ JP ਪਲਾਂਟ ਆ ਗਿਆ, ਕਿਆ ਉਹਦੇ ਚ ਜੋ ਕਮੀਆਂ ਪੇਸ਼ੀਆਂ ਸੀ ਜਿਹਦੇ ਕਰਕੇ ਅੱਜ ਐਡਾ ਢੇਰ ਕੂੜੇ ਦਾ ਲੱਗਿਆ। ਭਾਰਤੀ ਜਨਤਾ ਪਾਰਟੀ ਨੂੰ ਕਾਰਪੋਰੇਸ਼ਨ ਚ ਆਇਆ 9 ਸਾਲ ਹੋ ਗਏ ਸਾਨੂੰ ਜੀ। ਅਸੀਂ 2016 ਚ ਸਾਡਾ ਪਹਿਲੀ ਵਾਰ ਜਿਹੜਾ ਹੈ ਮੇਅਰ ਬਣਿਆ ਸੀਗਾ। 7 ਸਾਲ ਹੋ ਗਏ ਜੀ। ਇਹਨਾਂ ਦਾ ਸਵਾਲ ਇਹ ਹੈ ਵੀ ਇਹ ਮੰਨ ਲੈਂਦੇ ਆ ਵੀ ਕਾਂਗਰਸ ਦੀ ਉਪਜ ਜੀ, ਕਾਂਗਰਸ ਨੇ ਸ਼ੁਰੂ ਕੀਤਾ ਸਾਰਾ ਕੁਝ, ਪਰ ਭਾਰਤੀ ਜਨਤਾ ਪਾਰਟੀ ਤੇ ਬਹੁਤ ਸਟਰੋਂਗ ਪਾਰਟੀ ਹੈ, ਮੋਦੀ ਸਾਹਿਬ ਦੀ ਸਰਕਾਰ ਬੜੀ ਸਟਰੋਂਗ ਹੈ। ਤੁਸੀਂ ਕਹਿੰਦੇ ਜੇ ਵੀ ਦੁਨੀਆ ਭਰ ਦੀ ਸਭ ਤੋਂ ਵੱਡੀ, ਸਭ ਤੋਂ ਵੱਧ ਮੈਂਬਰਸ਼ਿਪ ਵਾਲੀ ਪਾਰਟੀ ਹੈ, ਵਿਜ਼ਨ ਹੈ ਤੁਹਾਡੇ ਕੋਲ। 7 ਸਾਲਾਂ 'ਚ ਜੇ ਉਹ ਕੂੜਾ ਘਟਣ ਦੀ ਥਾਂ ਤੇ ਵਧਿਆ ਤੇ ਫਿਰ ਸਵਾਲ ਤੇ ਉੱਠਣਗੇ। ਮੈਂ ਉਸ ਤੇ ਆ ਰਿਹਾ ਜੀ। ਦੇਖੋ ਜਦੋਂ 2019 ਚ ਸਾਡੀ ਹੀ ਪਾਰਟੀ ਸੀ, ਸਾਡਾ ਹੀ ਮੇਅਰ ਸੀ, 2019 ਚ ਗਵਰਨਰ ਸਾਹਿਬ ਨੇ ਪਹਿਲਾ ਪਲਾਂਟ ਜਿਹੜਾ ਹੈ ਲੈਗੇਸੀ ਮਾਈਨਿੰਗ ਦਾ, ਤੁਸੀਂ ਦੇਖੋ ਕੂੜੇ ਦਾ ਢੇਰ ਅੱਜ ਨਹੀਂ ਬਣਿਆ, ਇਹ ਪਿਛਲੇ 20 ਸਾਲਾਂ ਤੋਂ ਬਣਦਾ, 20-25 ਸਾਲਾਂ ਤੋਂ। 87 ਦੀ ਮੈਂ ਗੱਲ ਦੱਸੀ, 1987 ਚ ਇਹਨੂੰ ਡੰਪਿੰਗ ਗਰਾਊਂਡ ਡੈਜ਼ਿਗਨੇਟ ਕੀਤਾ ਗਿਆ ਸੀ, ਉਦੋਂ ਵੀ ਕਾਂਗਰਸ ਦੇ ਸਾਂਸਦ ਸੀਗੇ। ਤੇ ਉਦੋਂ ਡੈਜ਼ਿਗਨੇਟ ਕਰਕੇ 2007 ਚ ਪਹਿਲੀ ਵਾਰ ਪਲਾਂਟ ਜਿਹੜਾ ਵਿਦ ਉਹ ਜੇ ਆਪਾਂ ਕਹੀਏ ਕਲੌਜ਼ਸ ਬੜੇ ਕੰਪਨੀ ਦੇ ਹਿੱਤ ਦੇ ਕਲੌਜ਼ ਵਿੱਚ ਪਾਏ ਗਏ ਸੀਗੇ, ਕੋਈ ਉਸ ਐਗਜ਼ਿਟ ਕਲੌਜ਼ ਨਹੀਂ ਸੀ ਵੀ ਕਾਰਪੋਰੇਸ਼ਨ ਬਾਹਰ ਨਿਕਲ ਸਕੇ। ਉਹ ਕਿਉਂ ਕੰਪਨੀ ਦੇ ਹਿੱਤ ਦੇ ਕਿਉਂ ਪਾਏ? ਇਹ ਤਾਂ ਹੁਣ ਸਰਕਾਰ ਉਸ ਵੇਲੇ ਦੱਸ ਸਕਦੇ, ਮੇਅਰ ਉਸ ਵੇਲੇ ਮੈਂ ਦੱਸਿਆ ਪਵਨ ਬੰਸਲ ਜੀ ਉਸ ਵੇਲੇ ਨੀਰੀ ਨੇ ਸਰ ਜਿਹੜੀ ਪ੍ਰੈਜੈਂਟੇਸ਼ਨ ਦਈ ਹੈ ਉਹਦੇ ਵਿੱਚ ਇਹਨਾਂ ਨੇ ਫੇਰ ਬਦਲ ਕੀਤਾ ਹੈ। ਬਿਲਕੁਲ ਜਿਹੜੇ ਨੀਰੀ ਨੇ ਦਿੱਤੇ ਉਹ ਪੂਰੀ ਚੀਜ਼ ਫੋਲੋ ਨਹੀਂ ਕੀਤੀ ਗਈ। ਬਿਲਕੁਲ ਨਹੀਂ, ਬਿਲਕੁਲ ਨਹੀਂ। ਮੈਂ ਦੱਸਦਾ ਜੀ, ਬਿਲਕੁਲ ਨਹੀਂ ਤਰਲੋਚਨ ਜੀ। ਜਦੋਂ 2007 ਵਿੱਚ ਪਵਨ ਬੰਸਲ ਜੀ ਦੇ ਵਿੱਚ ਪੂਰੀ ਚੀਜ਼ਾਂ ਪੂਰੀ ਤਰ੍ਹਾਂ ਫੋਲੋ ਨਹੀਂ ਕੀਤਾ ਗਿਆ। ਪਵਨ ਬੰਸਲ ਜੀ ਸੰਸਦ ਸੀਗੇ, ਹਾਊਸ ਦੇ ਵਿੱਚ ਬਕਾਇਦਾ ਮੌਜੂਦ ਸੀਗੇ, ਅਨੂ ਚਤਰਥ ਜੀ ਮੇਅਰ ਸੀਗੇ, ਤੇ ਉਸ ਵੇਲੇ ਇਹ JP ਪਲਾਂਟ ਲਿਆਂਦਾ ਗਿਆ ਹੈਗਾ। ਔਰ ਉਹਦੇ ਚ ਉਦੋਂ ਇਹਨਾਂ ਨੇ ਜੋ ਵੀ RFP ਜਾਂ ਜਿਹੜਾ ਕੰਟਰੈਕਟ ਸਾਈਨ ਹੋਇਆ, ਉਹ ਕਿਹੜੀ ਉਹਦੇ ਅੰਦਰ ਜੋ ਇਹਨਾਂ ਨੇ ਗੱਲਾਂ ਆ ਰਹੀਆਂ ਨੇ, ਉਹ ਕਿਹੜੇ ਕੰਸੀਡਰੇਸ਼ਨ ਦੇ ਪਿੱਛੇ ਉਹ ਇਸ ਤਰ੍ਹਾਂ ਦਾ ਕੰਟਰੈਕਟ ਬਣਾਇਆ ਗਿਆ ਵੀ ਸਾਰਾ ਫਾਇਦਾ ਉਸ ਕੰਪਨੀ ਨੂੰ ਦਿੱਤਾ ਗਿਆ ਤੇ ਸਾਰਾ ਨੁਕਸਾਨ ਜਿਹੜਾ ਹੈ MC ਦੇ ਉੱਤੇ ਉਹ ਅੱਜ ਭੁਗਤ ਭੋਗੀ। ਅਸੀਂ 2020 ਚ ਜਾ ਕੇ ਵੱਡੀ ਜਿਹੜੀ ਇੱਕ ਤੁਸੀਂ ਗੱਲ ਕੀਤੀ ਕਿ ਇੰਨੇ ਸਾਲ BJP ਨੇ ਨਹੀਂ ਕੀਤਾ, ਅਸੀਂ ਉਹ ਵੱਡੀ ਲੜਾਈ ਲੜੀ, ਚਾਹੇ NGT ਚ। ਮੈਂ ਦੱਸਾਂ ਜੀ, ਮੈਂ ਖੁਦ ਲੜਾਈ ਨਹੀਂ ਦੇ, ਮੈਂ ਖੁਦ ਨਤੀਜਾ ਵੀ ਨਿਕਲਿਆ ਜੀ, ਨਤੀਜਾ ਨਿਕਲਿਆ। ਅਸੀਂ ਖੁਦ ਪਾਰਸ਼ਦ ਸਾਰੇ ਜਦੋਂ ਆਸ਼ਾ ਜਸਵਾਲ ਜੀ ਮੇਅਰ ਸੀ 2017 ਦੀ ਗੱਲ ਕਰੀਏ, ਅਰੁਣ ਸੂਦ ਜੀ, ਮੈਂ ਆਪਣਾ ਅਨਿਲ ਦੁਬੇ ਜੀ ਔਰ ਹਰਦੀਪ ਜੀ ਵੀ ਨਾਲ ਜਾਂਦੇ ਸੀਗੇ। ਅਸੀਂ ਸਾਰੇ ਇਕੱਠੇ ਹੋ ਕੇ ਕਾਉਂਸਲਰ ਦਿੱਲੀ NGT ਦੀ ਪੇਸ਼ੀਆਂ ਜਾਂਦੇ ਰਹੇ ਹਾਂ। ਸਾਡੇ ਨਾਲ ਕਮਿਸ਼ਨਰ ਵੀ ਜਾਂਦੇ ਸੀਗੇ, ਸਾਡੇ MOH ਡਾਕਟਰ ਵੀ ਜਾਂਦੇ ਸੀ, ਲਾਅ ਅਫਸਰ ਜਾਂਦੇ ਸੀ। ਅਸੀਂ ਖੁਦ ਪਰਸਨਲੀ
ਇਹ ਬੀਜੇਪੀ ਦੀ ਸੋਚ ਸੀ। ਬੀਜੇਪੀ ਦੇ ਪਾਰਸ਼ਦ ਕਿਹੜਾ ਪਾਰਸ਼ਦ fine ਵੀ ਕਿਹੜਾ fine ਪਾਰਸ਼ਦ ਅੱਜ ਤੱਕ ਤੁਸੀਂ ਪੁੱਛੋ ਕਿੰਨਾ ਦੱਸੋ fine ਪਿਆ ਇਹਨਾਂ ਕਿਹੜਾ ਪਾਰਸ਼ਦ ਜਾ ਕੇ ਕੋਰਟਾਂ ਦੀ ਜਿਹੜੀਆਂ ਕੂੜੇ ਦੇ ਢੇਰ ਕਰਕੇ ਜਨਤਾ ਜਿਹੜੀ- NGT ਨਾਲ ਫਾਈਨ ਪਾਇਆ ਇਹਨਾਂ ਨੂੰ। ਜਿਹੜੀ ਸਰਕਾਰੀ ਜਨਤਾ ਕੋਈ ਦਾ ਵੀ ਪੈਸੇ ਨਾਲ ਏਜੰਸੀ fine ਦਾ ਪਾਇਆ, ਪੁੱਛੋ ਇਹਨਾਂ ਨੂੰ। ਸਰਕਾਰੀ ਏਜੰਸੀ ਜਾਂ ਕੋਈ ਵੀ ਕਾਰਪੋਰੇਸ਼ਨ ਕਿਹੜਾ ਪਾਰਸ਼ਦ ਅੱਜ ਤੱਕ ਜਿਹੜਾ ਐਨਜੀਟੀ ਦੀ ਪੇਸ਼ੀਆਂ 'ਚ ਕਾਰਪੋਰੇਸ਼ਨ ਦੇ ਨਾਲ ਉੱਥੇ ਜਾਂਦਾ ਫਾਈਨ ਲੱਗਾ ਕੋਈ ਅਸੀਂ ਜਾਂਦੇ ਹਾਂ, ਫਾਈਨ ਨਹੀਂ ਲੱਗਾ ਜੀ। ਉਹ ਤੇ ਐਨਜੀਟੀ ਨੇ ਟਿਪਿੰਗ ਫੀਸ ਲਗਾਈ ਸੀਗੀ Okay, ਔਰ ਉਹ ਵੀ ਮੈਂ ਫੇਰ ਜੇ ਕਹਾਂ ਤੁਸੀਂ ਲਗਾਓ। ਅੱਜ ਟਿਪਿੰਗ ਫੀਸ ਹਰੇਕ ਜਿਹੜਾ ਵੀ ਕੋਈ ਗਾਰਬੇਜ ਪਲਾਂਟ ਲਾਉਂਦਾ ਹੈ ਉਹਨੂੰ ਟਿਪਿੰਗ ਫੀਸ ਦਿੱਤੀ ਜਾਂਦੀ ਹੈ। ਜੇ ਉਹ ਕੂੜਾ ਪ੍ਰੋਸੈਸ ਕਰ ਰਿਹਾ ਉਹਨੂੰ ਉਹਨੂੰ ਜੋ ਇਨਸੈਂਟੀਵਾਈਜ਼ ਕਰਾਂਗੇ ਤਾਂ ਹੀ ਉਹ ਕੂੜਾ ਚੱਕੇਗਾ। ਪਰ ਇੱਥੇ ਤੇ ਬਹੁਤ ਕੁਝ ਉੱਥੇ ਦਿਆ ਜਾ ਰਿਹਾ ਹੈ। ਇੱਥੇ tipping ਜਿਹੜੀ fees ਆਰਐਫਪੀ ਉਹਨੂੰ- ਤਿਆਰ ਕੀਤੀ ਗਈ ਹੈ, ਇੱਥੇ ਜਿਹੜੀ ਕੰਪਨੀ ਨੂੰ ਬਹੁਤ ਕੁਝ ਦਿੱਤਾ ਜਾ ਰਿਹਾ ਹੈ। ਉਹਨੂੰ 1 ਰੁਪਏ ਵੀ ਜ਼ਮੀਨ ਵੀ ਦਿੱਤੀ ਜਾ ਰਹੀ ਹੈ ਜਿਹੜੀ ਆਰਐਫਪੀ ਹੈ, ਟਿਪਿੰਗ ਫੀ ਵੀ ਦਿੱਤੀ ਜਾ ਰਹੀ ਹੈ, ਵੀਜੀਐਫ ਵੀ ਦਿੱਤਾ ਜਾ ਰਿਹਾ ਹੈ ਤੇ ਉਹਨੂੰ ਕਿ ਐਡਵਰਟਾਈਜ਼ਮੈਂਟ ਰਾਈਟਸ ਆਫ ਐਡਵਰਟਾਈਜ਼ਮੈਂਟ ਵੀ ਦਿੱਤੇ ਜਾ ਰਹੇ ਹੈ ਤੇ ਔਰ ਤੋਰ ਉਹਨਾਂ ਨੂੰ ਉਹ ਗੱਡੀਆਂ ਵੀ ਜਿਹੜੀ ਘਰੋਂ ਕੂੜਾ ਚੱਕਣਗੀਆਂ ਤੇ ਜਿਹੜੇ ਐਮਆਰਐਫ ਸੈਂਟਰ ਹੈ ਉੱਥੇ ਉਹ ਡੰਪ ਕਰਨਗੀਆਂ। ਉਹਨਾਂ ਨੂੰ ਇਹ ਚੀਜ਼ਾਂ ਵੀ ਦਿੱਤੀ ਜਾ ਰਹੀਆਂ। ਸਾਡਾ ਸਵਾਲ ਇਹ ਸੀਗਾ ਕਿ ਬਦਲੇ ਵਿੱਚ ਉਹ ਕੰਪਨੀਆਂ ਜਿਹੜੀਆਂ ਹੈਗੀਆਂ ਉਹ ਕਾਰਪੋਰੇਸ਼ਨ ਨੂੰ ਕੀ ਦੇਣਗੀਆਂ, ਕਿਆ ਕੋਈ ਰੈਵਨਿਊ ਦੇਣਗੀਆਂ? ਇਦਾਂ ਦੀ ਆਰਐਫਪੀ ਆਪਾਂ ਕਿਉਂ ਨਾ ਚੇਂਜਸ ਲਾਈਏ ਕਿ ਜਿਹਦੇ ਕਰਕੇ ਜ਼ੀਰੋ ਐਮਿਸ਼ਨ ਤੇ ਜ਼ੀਰੋ ਰੈਸੀਡਿਊਲ ਤੇ ਕੰਮ ਕੀਤਾ ਜਾਏ ਤੇ ਜੇ ਆਪਾਂ 1 ਰੁਪਿਆ ਲਾ ਰਹੇ ਹਾਂ ਤੇ 1 ਰੁਪਿਆ ਰੈਵਨਿਊ ਵੀ ਆਏ ਕਾਰਪੋਰੇਸ਼ਨ ਨੂੰ। ਕਾਰਪੋਰੇਸ਼ਨ ਨੂੰ ਵੀ ਕੁਝ ਨਾ ਕੁਝ ਫਾਇਦਾ ਹੋਣਾ ਚਾਹੀਦਾ ਹੈ। ਜਿਵੇਂ ਮੈਡਮ ਦੱਸ ਰਹੇ ਆ ਲੱਗਦਾ ਵੀ ਬੜੀਆਂ ਜਸਟੀਫਾਈ ਨੇ ਗੱਲਾਂ ਸਿੱਧੂ ਸਾਹਿਬ, ਜਿਵੇਂ ਲਾਡੀ ਹੋਣੀ ਕਹਿ ਰਹੇ ਨੇ ਚਾਹੀਦਾ ਨਹੀਂ ਵੀ ਇਹਦੇ ਤੇ ਬਕਾਇਦਾ ਬਹਿ ਕੇ ਸਾਰੇ ਮੈਂ ਦੱਸਦਾ ਜੀ ਬਿਲਕੁਲ 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 ਪੈਸਾ ਬਿਲਕੁਲ ਦੱਸਦੇ ਆ ਜੀ। ਪਹਿਲੀ ਗੱਲ ਤਾਂ 1 ਰੁਪਏ ਜਿਹੜੀ ਜ਼ਮੀਨ ਹੈ ਉਹ ਜੇਪੀ ਨੂੰ ਵੀ 1 ਰੁਪਏ 'ਚ ਹੀ ਦਿੱਤੀ ਗਈ ਸੀਗੀ। ਉਹ ਅੱਜ ਸਾਡੇ ਭੈਣ ਜੀ ਕਾਂਗਰਸ ਪਾਰਟੀ ਉਹ ਦੱਸ ਰਹੇ ਨੇ, ਉਹੀ ਕਾਂਗਰਸ ਪਾਰਟੀ ਦੇ ਮੇਅਰ, ਉਹੀ ਕਾਂਗਰਸ ਪਾਰਟੀ ਦੇ ਸੰਸਦ, ਉਹਨਾਂ ਨੇ 2007 'ਚ ਉਹਨਾਂ ਦਾ ਤੁਸੀਂ MOU ਕੱਢ ਕੇ ਦੇਖ ਲਓ, ਉਹਨਾਂ ਨੂੰ ਵੀ 1 ਰੁਪਏ ਦਿੱਤੀ ਗਈ ਸੀਗੀ, ਜੇਪੀ ਨੂੰ ਵੀ ਉਹ ਤੇ ਜ਼ਮੀਨ। ਮੈਂ ਫਿਰ ਇਹ ਪੁੱਛਣਾ ਚਾਹੂੰਗੀ ਜੇ ਤੁਸੀਂ ਆਪਣੇ ਵਿੱਚ ਡਿਫਰੈਂਸ ਕ੍ਰੀਏਟ ਕਰ ਰਹੇ ਹੋ ਤੇ ਫਿਰ ਤੁਸੀਂ ਵੀ ਉਹੀ ਚੀਜ਼ ਰਿਪੀਟ ਕਰ ਰਹੇ ਹੋ? ਜੀ ਨਹੀਂ, ਅਸੀਂ ਉਹ ਨਹੀਂ ਕਰ ਰਹੇ। ਦੂਜੀ ਗੱਲ ਇਹ ਵੀ ਠੀਕ ਹੈ ਵੀ ਤੁਸੀਂ ਕਹਿੰਦੇ ਵੀ ਕਾਂਗਰਸ ਤੁਸੀਂ ਬਹੁਤ ਮਾੜੀ ਹੈ। ਅਸੀਂ 1 ਰੁਪਏ ਨਹੀਂ ਕਰ ਰਹੇ। ਅਸੀਂ ਜੋ ਇਹਨਾਂ ਨੇ ਕਮੀਆਂ ਛੱਡੀਆਂ ਉਸ ਵੇਲੇ ਜਿਹਦੇ ਕਾਰਨ ਪਹਿਲੀ ਗੱਲ ਤਾਂ ਉਹ ਕੰਪਨੀ ਨੂੰ ਫਾਇਦਾ ਦਿੱਤਾ ਗਿਆ ਜੇਪੀ ਪਲਾਂਟ ਨੂੰ। ਦੂਜੀ ਗੱਲ ਕਾਰਪੋਰੇਸ਼ਨ ਨੂੰ ਨੁਕਸਾਨ 'ਚ ਰੱਖਿਆ ਗਿਆ ਕਿ ਸਾਡੇ ਕੋਲ ਕੋਈ ਐਗਜ਼ਿਟ ਕਲੌਜ਼ ਨਹੀਂ ਸੀ ਕਿ ਜੇ ਉਹ ਕੰਪਨੀ ਕੰਮ ਨਹੀਂ ਕਰਦੀ ਤੇ ਕਾਰਪੋਰੇਸ਼ਨ ਉਸ ਤੋਂ ਪਿੰਡ ਛੁਡਾ ਲਿਆ, ਆਪਣਾ ਖਹਿੜਾ ਛੁਡਾ ਲਿਆ ਕਿ ਤੁਸੀਂ ਕੰਮ ਨਹੀਂ ਕਰ ਰਹੇ, ਤੁਸੀਂ ਜਾਓ ਆਪਦਾ ਬੋਰੀਆ ਬਿਸਤਰ ਚੱਕ ਕੇ। ਉਹਨੂੰ ਸਾਨੂੰ ਛੁਡਾਉਣ ਪਿੱਛੇ ਤੁਸੀਂ ਲਾ ਲਓ 2020 'ਚ ਜਾ ਕੇ ਅਸੀਂ ਬੜੀ ਮੁਸ਼ਕਿਲ ਨਾਲ ਪਲਾਂਟ ਖਾਲੀ ਕਰਾਇਆ। 2019 ਦੀ ਗੱਲ ਕਰੀਏ, ਇੱਕ ਦੋ ਮੁੱਦੇ ਹੋਰ ਉੱਥੇ 5 ਲੱਖ ਮੀਟ੍ਰਿਕ ਟਨ ਦਾ ਇੱਕ ਢੇਰ ਸੀ, 8 ਲੱਖ ਮੀਟ੍ਰਿਕ ਟਨ ਦਾ ਇੱਕ ਢੇਰ ਹੈ। 2019 ਵਿੱਚ ਜੋ ਉਸ ਵੇਲੇ ਸਾਡੇ ਪ੍ਰਸ਼ਾਸਕ VP ਸਿੰਘ ਬਦਨੌਰ ਜੀ ਤੇ ਸਾਡੀ ਸੰਸਦ ਕਿਰਨ ਖੇਰ ਜੀ ਤੇ ਸਾਡੇ ਮੇਅਰ ਉਸ ਵੇਲੇ ਰਜੇਸ਼ ਕਾਲੀਆ ਜੀ, ਉਦੋਂ ਉਸ ਪਲਾਂਟ ਦਾ ਉਦਘਾਟਨ ਹੋਇਆ। ਉਹ 5 ਲੱਖ ਮੀਟ੍ਰਿਕ ਟਨ ਅੱਜ ਖਤਮ ਕਰ ਦਿੱਤਾ ਗਿਆ। 8 ਲੱਖ ਮੀਟ੍ਰਿਕ ਟਨ ਦਾ 8 ਲੱਖ ਮੀਟ੍ਰਿਕ ਟਨ ਦਾ ਇੱਕ ਮਿੰਟ ਮੈਡਮ ਮੈਂ ਗੱਲ ਪੂਰੀ ਕਰ ਲਾਂ। 8 ਲੱਖ ਮੀਟ੍ਰਿਕ ਟਨ ਦਾ ਦੂਜਾ ਪਹਾੜ ਜਿਹੜਾ ਹੈ ਜਿਹਦੀ ਗੱਲ ਹੋ ਰਹੀ ਹੈ ਉਹ ਚੋਂ ਲਗਭਗ ਜੋ ਹੈ 40% ਕੰਮ ਹੋ ਚੁੱਕਿਆ ਹੈ। ਔਰ ਮੈਂ ਤੁਹਾਨੂੰ ਇੱਥੇ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਵਿਸ਼ਵਾਸ ਦਿਵਾਉਣਾ ਕਿ ਅਗਲੇ ਜੋ ਐਸੇ ਸਾਲ ਦੇ ਵਿੱਚ ਜੋ ਹੈ ਉਹ ਪੂਰਾ 8 ਲੱਖ ਮੀਟ੍ਰਿਕ ਟਨ ਉਹ ਪਹਾੜ ਜਿਹੜਾ ਹੈ ਉਹ ਅੱਜ ਬਹੁਤ ਨੀਵਾਂ ਆ ਗਿਆ। ਆਪਾਂ ਕਿਉਂਕਿ ਆਪਾਂ 2024 ਦਾ ਟਾਰਗੇਟ ਦਿੱਤਾ ਆਪਾਂ ਰੋਜ਼ ਕਿਉਂਕਿ ਜਦੋਂ ਇੱਕ ਚੀਜ਼ ਨੂੰ ਰੋਜ਼ ਦੇਖਦੇ ਆ ਉਹ ਸਾਨੂੰ ਉਹਦੀ ਹਾਈਟ ਘਟਦੀ ਨਹੀਂ ਦਿਖਦੀ। ਜਿਹੜਾ ਬੰਦਾ ਉਹਨੂੰ ਕਾਫੀ ਦੇਰ ਬਾਅਦ ਦੇਖੇਗਾ ਉਹ ਦੱਸ ਸਕਦਾ ਤਾਂ ਵਿਜ਼ੀਬਲੀ ਉੱਥੇ ਜਿਹੜਾ ਇੱਕ ਪਹਾੜ ਖਤਮ ਹੋ ਚੁੱਕਿਆ, ਦੂਜਾ ਅੱਧਾ ਹੋ ਗਿਆ ਹੈਗਾ। ਸਿੱਧੂ ਸਾਹਿਬ ਦਾ ਕਹਿਣਾ, ਮੈਂ ਵੀ ਇਹ ਪੜਿਆ ਸੁਣਿਆ ਵੀ ਇਹਨਾਂ ਨੇ ਕਿਹਾ ਇਸੇ ਸਾਲ ਸ਼ਾਇਦ ਜਨਵਰੀ 2024 ਦਾ ਟਾਰਗੇਟ ਹੈ ਵੀ ਇਹਨੂੰ ਸਾਫ਼ ਕਰ ਦਾਂਗੇ। ਤੁਹਾਨੂੰ ਇਹ ਯਕੀਨ ਕਿਉਂ ਨਹੀਂ ਆ ਰਿਹਾ? ਮੈਂ ਦੱਸਣਾ ਚਾਹੁੰਦਾ, ਅਸੀਂ ਪਾਰਸ਼ਦ, ਚੰਡੀਗੜ੍ਹ ਦੇ ਲੀਡਰ ਤੇ ਅਫਸਰ, ਲੋਕਾਂ ਦੇ ਉੱਪਰ, ਲੋਕਾਂ ਦਾ ਜਿਹੜਾ ਸਾਡੇ ਉੱਪਰ ਵਿਸ਼ਵਾਸ ਸੀ ਨਾ, ਅਸੀਂ ਖਤਮ ਕਰ ਚੁੱਕੇ ਆਪਣਾ। ਤੁਹਾਡਾ ਵੀ ਖਤਮ ਹੋ ਚੁੱਕਾ। ਇਹ ਸਾਡੇ ਕੋਲ ਤਾਂ ਪਾਵਰ ਹੀ ਨਹੀਂ ਹੈ ਜੀ। ਮੇਅਰ ਇਹਨਾਂ ਦਾ ਸਾਨੂੰ ਤਾਂ ਆਏ ਨੂੰ 1.5 ਸਾਲ ਹੋਇਆ। 1.5 ਸਾਲ ਚ ਇਹਨਾਂ ਨੇ ਸਾਨੂੰ 50 ਵਾਰ ਬਾਹਰ ਕੱਢਤਾ ਹੋਣਾ, ਕਦੇ ਕਿਸੇ ਮੀਟਿੰਗ 'ਚ ਕਦੇ ਕਿਸੇ ਮੀਟਿੰਗ 'ਚ। ਸਾਡੀ ਉਹ ਕਹਿੰਦੇ ਤੁਸੀਂ ਕੰਮ ਨਹੀਂ ਕਰਨ ਦਿੰਦੇ, ਰੌਲਾ ਹੀ ਪਾਉਂਦੇ। ਨਹੀਂ ਸਾਡੀ ਹੁਣ ਦਾੜੀਆਂ ਤੱਕ ਗੱਲ ਆਏਗੀ, ਅਸੀਂ ਗੱਲ ਤਾਂ ਫਿਰ ਆਪਣੀ ਮੈਂ ਇਸ ਗੱਲ ਤੇ ਫੇਰ ਮੇਰੀ ਆਬਜੈਕਸ਼ਨ ਹੈ ਜੀ। ਇਹ ਬਾਰ-ਬਾਰ ਉਹ ਇਸ ਚੀਜ਼ ਦੇ ਬਾਰੇ ਕਹਿ ਰਹੇ ਨੇ, ਇਹ ਚੀਜ਼ ਸਹੀ ਨਹੀਂ ਹੈ। ਉੱਪਰ ਕਿਉਂ ਨਹੀਂ ਲਾਤਾ ਕਿਸੇ ਇਹਨਾਂ ਉੱਪਰ ਦੋਸ਼ ਕਿਉਂ ਨਹੀਂ ਲਾਇਆ? 20 ਵਾਰ ਮੇਰੀ ਬਹਿਸ ਹੋਈ ਇਹਨਾਂ ਨਾਲ ਹਾਊਸ ਦੇ ਵਿੱਚ ਜੀ। ਮੈਂ ਮੈਡਮ ਉੱਪਰ ਦੋਸ਼ ਕਿਉਂ ਲਾਇਆ? ਮੈਡਮ ਮੈਨੂੰ 3 ਵਾਰ ਪਹਿਲਾਂ ਕਿ ਦੋਸ਼ ਕਿਉਂ ਨਹੀਂ ਲਾਇਆ? ਮੈਡਮ ਨੇ ਮੈਨੂੰ ਆ ਕੇ ਸੰਸਦ ਮੈਂਬਰ ਕਿਰਨ ਖੇਰ ਉਹਨਾਂ ਦੀ ਗੱਲ ਹਾਂਜੀ ਉਹਨਾਂ ਦੀ ਗੱਲ ਕਰ ਰਿਹਾ। ਉਹਨਾਂ ਨੇ ਆ ਕੇ ਮੈਨੂੰ ਦਾੜੀ ਦੀ ਗੱਲ ਨਹੀਂ, ਇਹ ਗਲਤ ਗੱਲ ਹੈ ਜੀ। ਮੈਂ ਫੇਰ ਦੱਸ ਰਿਹਾ ਜੀ, ਇਹ ਗਲਤ ਗੱਲ ਹੈ, ਇਹ ਬਿਲਕੁਲ ਗਲਤ ਗੱਲ ਹੈ। ਮੈਡਮ ਵੀ ਸਪਸ਼ਟੀਫਾਈ ਕਰ ਚੁੱਕੀ ਹੈ ਵੀ ਇਦਾਂ ਦੀ ਕੋਈ ਗੱਲ ਨਹੀਂ। ਮੈਂ ਇਹ ਕੋਈ ਗੱਲ ਨਹੀਂ ਹੋਈ। ਇਹਨਾਂ ਨੇ ਪ੍ਰਧਾਨ ਮੰਤਰੀ ਨੂੰ ਗੱਲ ਕੱਢੀ ਉਲਟਾ। ਮੈਡਮ ਨੂੰ ਮੇਰੇ ਖਿਆਲ ਤੋਂ 40-50 ਸਾਲ ਹੋ ਗਏ ਹੁਣ ਐਕਟਿੰਗ ਕਰਦੇ ਨੂੰ, ਅੱਜ ਤੱਕ ਵੀ ਹੁਣ ਚੰਡੀਗੜ੍ਹ ਦੇ ਲੋਕਾਂ ਨਾਲ। ਇਹ ਗਲਤ ਗੱਲ ਹੈ ਜੀ, ਇਹ ਗਲਤ ਗੱਲ ਹੈ ਲੋਚਨ ਜੀ। ਉਹ ਤੇ ਲਾਡੀ ਜੀ ਮੈਂ ਉਹਨੂੰ ਦੂਜੇ ਰੂਪ ਚ ਲੈਂਦਾ। ਉਹ ਤਾਂ ਇਹਨਾਂ ਦੇ ਪੰਜਾਬ ਦੇ ਮੁੱਖ ਮੰਤਰੀ ਨੇ, ਉਹ ਵੀ ਐਕਟਰ ਰਹੇ ਨੇ। ਕਿਰਨ ਖੇਰ ਜਿਹੜੇ ਨੇ ਉਹ ਵਰਲਡ ਫੇਮਸ ਬਹੁਤ ਕਮਾਲ ਦੇ ਅਦਾਕਾਰ ਨੇ, ਅਭਿਨੇਤਰੀ ਨੇ।
ਉਧਰ ਨਹੀਂ ਮੈਂ ਜਾਂਦਾ, ਪਰ ਜੇ ਤੁਹਾਡੇ ਮੁਤਾਬਕ ਗਾਲ ਕੱਢੀ ਉਹ ਗਲਤ ਹੈ, ਉਹਨਾਂ ਪਰ ਨੇ ਉਹ ਸਪਸ਼ਟ ਕਰ ਚੁੱਕੇ ਨੇ ਵੀ ਮੈਂ ਗਾਲ ਨਹੀਂ ਕੱਢੀ। ਚੰਡੀਗੜ੍ਹ ਦੀ ਜਨਤਾ ਨੂੰ ਕਦੀ ਉਹਨਾਂ ਨੇ ਸੀਰੀਅਸ ਲਿਆ ਹੀ ਨਹੀਂ ਸਰ। ਉਹਨਾਂ ਨੇ ਹਮੇਸ਼ਾ ਚੰਡੀਗੜ੍ਹ ਦੇ ਲੋਕਾਂ ਨਾਲ ਵੀ ਨਾਟਕ ਕੀਤਾ। 2020 ਦੇ ਵਿੱਚ ਕਰੋਨਾ ਦੇ ਵਿੱਚ ਕਿੱਥੇ ਸੀ ਮੈਡਮ, ਕੋਈ ਦੱਸਿਆ ਆ ਗਏ। ਹੁਣ ਡੰਪਿੰਗ ਗਰਾਊਂਡ ਦਾ 400 ਕਰੋੜ ਦਾ ਪ੍ਰੋਜੈਕਟ ਪਾਸ ਕਰਾਉਣ ਨੂੰ ਮੈਡਮ ਆ ਗਏ ਨੇ। ਪਹਿਲਾਂ ਕਿੱਥੇ ਸੀ? ਜਨਤਾ ਮਰ ਰਹੀ ਸੀ, ਲਾਸ਼ਾਂ ਗਿਰ ਰਹੀਆਂ ਸੀ, ਕਿੱਥੇ ਸੀ? ਡੱਡੂ ਮਾਜਰਾ ਸਕਿਨ ਪ੍ਰੋਬਲਮ ਹੈ, ਬੱਚੇ ਹਸਪਤਾਲਾਂ 'ਚ 4-4 ਘੰਟੇ ਲਾਈਨ 'ਚ ਲੱਗੇ ਕਾਰਡ ਨੂੰ ਅਪਡੇਟ ਕਰਦੇ ਨੇ, ਕਿੱਥੇ ਨੇ ਮੈਡਮ? ਕੋਈ ਦੇਖਦਾ ਜਾ ਕਿੰਨੀ ਬਿਮਾਰੀਆਂ ਉੱਥੇ। ਮੈਡਮ ਰਹੇ ਸਾਡੇ ਨਾਲ ਡੱਡੂ ਮਾਜਰਾ, ਅਸੀਂ ਨਾਲ ਬੈਠਾਂਗੇ, ਸਾਡੇ ਪਾਰਸ਼ਦ ਦੇ ਕੋਲ ਬੈਠੇ, ਮਹੀਨਾ ਜਾਏ ਰੋਟੀ ਖਾਏ, ਅਸੀਂ ਵੀ ਬੈਠ ਕੇ ਖਾਵਾਂਗੇ, ਪਤਾ ਲੱਗੇ। ਚਲੋ ਸਮਾਂ ਬਹੁਤ ਹੋ ਰਿਹਾ ਮੈਡਮ, ਆਪਾਂ ਥੋੜਾ ਅੱਗੇ ਵਧੀਏ, ਬਹੁਤ ਹੋ ਗਿਆ ਹੈ। ਮੈਂ ਤੁਹਾਨੂੰ ਹੁਣ ਕਾਂਗਰਸ ਹੀ ਮੰਨਦਾ, ਤੁਹਾਡੇ ਪਿਛੋਕੜ ਦਾ ਪਤਾ, ਤੁਸੀਂ ਮੇਰਾ ਖਿਆਲ ਥੋੜਾ ਚਿਰ ਕੰਮ ਕਰਕੇ ਮੁੜ ਆਪਣੇ ਘਰ ਮੁੜ ਆਏ ਜੇ। ਮੈਨੂੰ ਤੁਸੀਂ ਇਹ ਦੱਸੋ ਵੀ ਕਾਂਗਰਸ ਨੇ ਬਹੁਤ ਲੰਬਾ ਚੌੜਾ ਰਾਜ ਕੀਤਾ ਚੰਡੀਗੜ੍ਹ ਤੇ, ਔਰ ਚੰਡੀਗੜ੍ਹ ਦੀ ਇੱਕ ਸਮੱਸਿਆ ਪਾਰਕਿੰਗ ਤੇ ਟ੍ਰੈਫਿਕ, ਜੋ ਮੈਂ 25 ਸਾਲ 20 ਸਾਲ ਪਹਿਲਾਂ ਪ੍ਰੋਬਲਮ ਦੇਖ ਰਿਹਾ ਸੀ, ਅੱਜ ਉਹਦੇ ਤੋਂ ਕਈ ਗੁਣਾ ਵੱਧ ਹੋ ਗਈ ਹੈ। ਕਾਂਗਰਸ ਨੇ ਵੀ ਕੱਖ ਨਹੀਂ ਕੀਤਾ, ਭਾਰਤੀ ਜਨਤਾ ਪਾਰਟੀ ਹੁਣ ਆਈ, ਇਹਨਾਂ ਨੇ ਵੀ ਉਹ ਦੇਖਣ ਵਾਲਾ ਪ੍ਰੋਜੈਕਟ ਕੋਈ ਨਹੀਂ ਕੀਤਾ। ਠੀਕ ਹੈ, ਚੌਂਕ ਇੱਧਰ ਚੌੜਾ ਕਰਤਾ, ਵਧਾਤਾ, ਘਟਾਤਾ, ਸਲਿੱਪ ਰੋਡ ਕਰਤੀ। ਇਹ ਦੋ ਮੁੱਦਿਆਂ ਤੇ ਨੱਕ 'ਚ ਦਮ ਆਇਆ ਪਿਆ 14-15 ਲੱਖ ਲੋਕਾਂ ਦਾ। ਇਹ ਸਮੱਸਿਆ ਕਦੋਂ ਹੱਲ ਹੋਊਗੀ? ਦੇਖਿਏ ਜੀ, ਜਿਹੜੀ ਇਸ ਟਾਈਮ ਰੂਲਿੰਗ ਪਾਰਟੀ ਹੈ ਉਹ ਬੀਜੇਪੀ ਪਾਰਟੀ ਹੈ। ਸੈਂਟਰ ਵਿੱਚ ਵੀ ਇਹਨਾਂ ਦੀ ਸਰਕਾਰ ਹੈਗੀ ਹੈ। ਆਪਾਂ ਦੇਖੀਏ ਐਮਪੀ ਵੀ ਇਹਨਾਂ ਦਾ ਹੈ, ਮੇਅਰ ਵੀ ਇਹਨਾਂ ਦਾ ਹੈ। ਤੇ ਉਸ ਤੋਂ ਬਾਅਦ ਵੀ ਅਗਰ ਜੇ ਇਹ ਚੀਜ਼ਾਂ ਹੱਲ ਨਹੀਂ ਹੋ ਪਾ ਰਹੀਆਂ ਤੇ ਲੋਕਾਂ ਨੂੰ ਇਹ ਜਵਾਬ ਦੇਈਏ ਕਿ ਮੈਂ ਇਹਨਾਂ ਤੋਂ ਪਹਿਲਾਂ ਦੀ ਗੱਲ ਕਰਦਾ, ਇਹਨਾਂ ਤੋਂ ਪਹਿਲਾਂ ਕਾਂਗਰਸ ਸੀ, ਮੈਂ ਪਹਿਲਾਂ ਦੀ ਗੱਲ ਕਰਦਾ, ਉਦੋਂ ਕਿਉਂ ਨਹੀਂ ਹੋਇਆ? ਕਾਂਗਰਸ ਦੇ ਐਮਪੀ ਵੀ ਸੀ, ਐਮਐਲਏ ਵੀ, ਮੇਅਰ ਵੀ ਸੀ, ਔਰ ਮੰਤਰੀ ਵੀ ਸੀ ਕੇਂਦਰ 'ਚ। ਜਿੱਦਾਂ ਤੁਸੀਂ ਦੱਸਿਆ ਕਿ ਉਹ ਸੀਗੇ ਤੇ ਲੋਕਾਂ ਨੇ ਇਹਨਾਂ ਨੂੰ ਜਿੱਦਾਂ ਹੁਣ 7 ਸਾਲ ਤੋਂ ਇਹਨਾਂ ਨੂੰ ਮੌਕਾ ਦਿੱਤਾ ਹੈ। ਉਸ ਟਾਈਮ ਤੁਸੀਂ ਹੁਣੇ ਦੱਸਿਆ ਕਿ ਆਪਣੀ ਗੱਲ ਨਹੀਂ ਕਰ ਰਹੇ, 7 ਸਾਲਾਂ 'ਚ ਸਿੱਧੂ ਸਾਹਿਬ ਇਦਾਂ ਇੰਨੀ ਵੱਡੀ ਸਮੱਸਿਆ ਨਹੀਂ ਸੀ। ਬਹੁਤ ਸਿਆਣੇ ਜੀ, ਮੈਂ ਤੁਹਾਨੂੰ ਬਹੁਤ ਚੰਗਾ ਕਾਉਂਸਲਰ ਮੰਨਦਾ, ਤੁਹਾਨੂੰ ਚੰਡੀਗੜ੍ਹ ਦੇ ਵਿਜ਼ਨ ਦਾ ਪਤਾ, ਦੁੱਖ ਦਰਦ ਦਾ ਪਤਾ। ਇਹ ਪ੍ਰੋਬਲਮ ਕਿਉਂ ਨਹੀਂ ਸੋਲਵ ਹੋਈ ਅਜੇ ਤੱਕ? ਲੋਚਨ ਜੀ, ਅਸੀਂ ਇਹ ਜਿਹੜੀ ਚੀਜ਼ਾਂ ਹੁਣ ਇਹ ਉੱਠ ਰਹੀਆਂ ਨੇ, ਗੱਲ ਇਹ ਹੈ ਜਦੋਂ ਕੋਈ ਇੱਕ ਮੁੱਦਾ ਉੱਠਦਾ ਉਹਨੂੰ ਪਹਿਲਾਂ ਹੀ ਉਸ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ। ਇਹ ਕਿਉਂਕਿ ਕਾਂਗਰਸ ਪਾਰਟੀ ਦੀ ਦੇਣ ਹੈ, ਉਹਨਾਂ ਨੇ ਕਦੇ, ਤੁਸੀਂ ਪਾਣੀ ਦਾ ਮੁੱਦਾ ਇੱਕ ਸਮਝੋ ਵੀ ਜੇ ਕਾਂਗਰਸ ਦੀ ਦੇਣ ਹੈ, ਲੋਕਾਂ ਨੇ ਕਾਂਗਰਸ ਨੂੰ ਨਕਾਰ ਕੇ ਸਿੱਧੂ ਸਾਹਿਬ ਦੇ ਹੱਥ 'ਚ ਕਮਾਂਡ ਦਿੱਤੀ, ਅਸੀਂ ਉਹਨੂੰ ਕਰ ਰਹੇ ਹਾਂ ਜੀ। ਮੈਂ ਉਹਦੇ ਵਾਸਤੇ ਇਹ ਕਹਿ ਕੇ ਤੁਸੀਂ ਬਚਾ ਨਹੀਂ ਕਰ ਸਕਦੇ। ਮੈਂ ਉਸੇ ਚੀਜ਼ ਨੂੰ ਦੱਸ ਰਿਹਾ। ਇਹਨਾਂ ਨੇ ਗੱਲ ਇੰਨੀ ਵਧਨ ਦੇਤੀ ਕਿ ਸਾਨੂੰ ਉਹਨੂੰ ਠੀਕ ਕਰਦੇ ਅਸੀਂ ਕਰ ਰਹੇ ਹਾਂ। ਪਾਣੀ ਦਾ ਇੱਕ ਮੁੱਦਾ ਲੈ ਲਓ, ਕਿੰਨੇ ਸਾਲ ਲਾ ਦੋਗੇ ਸਰ? ਇੱਕ ਛੋਟਾ ਜਿਹਾ 7 ਸਾਲ ਤੇ ਦੇਤੇ ਤੁਹਾਨੂੰ। ਲੋਚਨ ਜੀ, ਇੱਕ ਪਾਣੀ ਦਾ ਮੁੱਦਾ ਦੇਖੋ ਜੀ। ਹੁਣ ਪਵਨ ਬੰਸਲ ਜੀ ਚੰਡੀਗੜ੍ਹ ਦੇ ਸੰਸਦ ਵੀ ਰਹੇ ਔਰ ਜਲ ਸੰਸਾਧਨ ਮੰਤਰੀ ਵੀ ਰਹੇ ਭਾਰਤ ਸਰਕਾਰ 'ਚ, ਵਾਟਰ ਰਿਸੋਰਸ ਮੰਤਰੀ ਜੀ। ਉਹਨਾਂ ਨੇ ਮੰਤਰੀ ਰਹਿੰਦੇ ਹੋਏ ਕਿਹਾ ਆਪਣੇ ਸ਼ਹਿਰ ਵਿੱਚ ਇੰਨੇ ਸਾਲ ਹੋ ਗਏ, ਜਿੰਨਾ ਜੋ ਪਾਣੀ ਅੱਜ ਤੋਂ 40 ਸਾਲ ਪਹਿਲਾਂ ਚੰਡੀਗੜ੍ਹ ਨੂੰ ਮਿਲ ਰਿਹਾ ਸੀ। ਟ੍ਰੈਫਿਕ ਦੀ ਗੱਲ ਦੱਸੋ ਸਰ, ਮੈਂ ਪਾਣੀ ਦਾ ਇੱਕ ਮੁੱਦਾ ਦੱਸ ਰਿਹਾ, ਉੱਥੋਂ ਹੀ ਅੱਗੇ ਸਰ ਸਾਰੀ ਚੀਜ਼ਾਂ 'ਚ ਸਰ ਸਾਰੀ ਚੀਜ਼ਾਂ 'ਚ ਆ ਰਹੇ ਹਾਂ। ਦੇਖੋ, ਪਾਣੀ ਅਸੀਂ ਲਿਆਂਦਾ 40 MGD ਪਾਣੀ ਸਾਡੇ ਸ਼ਾਸਨ 'ਚ, ਸਾਡੇ ਹੀ ਮੇਅਰ, ਸਾਡੇ ਸੰਸਦ, ਸਾਡੇ ਗਵਰਨਰ ਤੇ ਮੁੱਖ ਮੰਤਰੀ ਵੀ, ਸਾਡੇ ਪੰਜਾਬ ਦੇ ਮੁੱਖ ਮੰਤਰੀ ਹਰਿਆਣੇ, ਸਾਰਿਆਂ ਨੂੰ ਇਕੱਠੇ ਕਰਕੇ ਲਿਆਉਣਾ ਉਹ ਸਾਡੀ ਸਰਕਾਰ ਨੇ ਹੀ ਕੀਤਾ। ਤੇ ਜੋ ਹੈ 40 MGD ਪਾਣੀ ਜਿਹੜਾ ਅਗਲੇ 50 ਸਾਲ ਚੰਡੀਗੜ੍ਹ ਦੀ ਪਾਣੀ ਦੀ ਸਮੱਸਿਆ ਨਹੀਂ ਆਏਗੀ, ਉਹ ਕੀਤਾ। ਯਾਨੀ ਇੱਕ ਸਮੱਸਿਆ ਮੂਲਭੂਤ ਸਰ, ਮੂਲਭੂਤ ਪਾਣੀ ਵਿੱਚ ਢੱਕ ਜੀ ਨਹੀਂ, ਪਾਣੀ ਬਹੁਤ ਜ਼ਰੂਰੀ। ਕਿਆ ਬੰਦਾ ਕਿਆ ਕਿਤੇ ਨਹੀਂ ਜੀ ਨਹੀਂ। ਦੂਜੀ ਗੱਲ, ਮੈਟਰੋ ਦੀ ਗੱਲ ਆਉਂਦੀ ਹੈ। ਮੈਟਰੋ ਵਿੱਚ ਕਾਂਗਰਸ ਨੇ ਰੱਖੀ ਤੇ ਬੀਜੇਪੀ ਸਰਕਾਰ ਸੀਗੀ ਜਿਹਨੇ ਇਹ ਆਬਜੈਕਸ਼ਨ ਕੀਤੀ, ਬੀਜੇਪੀ ਵੱਲੋਂ ਇਹ ਆਬਜੈਕਸ਼ਨ ਕੀਤੀ ਗਈ ਕਿ ਮੈਟਰੋ ਨਹੀਂ ਲੱਗਣੀ ਚਾਹੀਦੀ। ਮੈਟਰੋ ਜਿੱਥੇ ਵੀ ਆਉਂਦੀ ਹੈ, ਭਾਵੇਂ ਦਿੱਲੀ ਚ ਆਈ, ਉਹ ਸਾਹਿਬ ਸਿੰਘ ਵਰਮਾ ਜੀ ਸੀਗੇ ਉਦੋਂ ਮੁੱਖ ਮੰਤਰੀ, ਉਹਨਾਂ ਦੇ ਟਾਈਮ ਤੇ ਚੱਲੀ, ਔਰ ਪ੍ਰਧਾਨ ਮੰਤਰੀ ਵਾਜਪਾਈ ਜੀ ਸੀ ਜਿਹੜਾ ਦਿੱਲੀ ਚ ਮੈਟਰੋ ਚਲਾਈ ਗਈ। ਤੇ ਜੀ ਬਿਲਕੁਲ ਮੈਂ ਉਹਦੀ ਗੱਲ ਦੱਸ ਰਿਹਾ। ਉਹ ਕਿਤੇ ਵੀ ਹੁੰਦਾ, ਪਿੱਛੇ ਤੁਹਾਡੇ ਵੀ ਧਿਆਨ ਚ ਹੋਣਾ, ਰਾਈਟਸ ਹੈਗੀ ਇੱਕ ਸੈਂਟਰ ਦੀ ਏਜੰਸੀ ਆਪਣੀ ਹੈਗੀ, ਉਹਨਾਂ ਦੀ ਮੋਬਿਲਿਟੀ ਸਰਵੇ ਹੋਇਆ, ਉਹਨਾਂ ਨੇ ਹੀ ਇਹ ਖਾਰਜ ਕੀਤਾ ਸੀ ਮੈਟਰੋ ਦਾ ਆਈਡੀਆ। ਕਹਿੰਦੇ ਜੀ ਜੋ ਉਹਦੀ ਫਾਈਨੈਂਸ਼ੀਅਲ ਵਾਇਬਿਲਿਟੀ ਚੰਡੀਗੜ੍ਹ ਵਿੱਚ ਮੈਟਰੋ ਦੀ ਨਹੀਂ ਹੈ, ਜੋ ਲਾਸਟ ਉਹਨਾਂ ਦੀ ਬਦਨੌਰ ਸਾਹਿਬ ਦੇ ਟਾਈਮ ਤੇ ਇਹ ਰਾਈਟਸ ਦੀ ਇੱਕ ਸਟੱਡੀ ਕਰਾਈ ਗਈ ਸੀ ਚੰਡੀਗੜ੍ਹ। ਦੇਖੋ ਨਾ, ਕਾਂਗਰਸ ਨਾ ਬੀਜੇਪੀ ਪਿਛਲੇ 20 ਸਾਲਾਂ ਚ ਇੱਕ ਅੰਡਰਪਾਸ ਵੀ ਨਹੀਂ ਬਣਾ ਸਕੀ। ਬਹੁਤ ਵੱਡਾ ਇਹ ਪ੍ਰੋਬਲਮ ਹੈ। ਮੈਂ ਤੁਹਾਡੇ ਕੋਲ ਅਸੀਂ ਇੱਕ ਟ੍ਰਿਬਿਊਨ ਤੁਹਾਡੇ ਧਿਆਨ ਚ ਹੋਣਾ 2019 ਚ ਕਿੱਥੇ ਗਿਆ ਉਹ ਪ੍ਰੋਜੈਕਟ? ਟ੍ਰਿਬਿਊਨ ਉਹ ਹਾਈ ਕੋਰਟ ਨੇ ਸਟੇ ਲਾਈ ਹੋਈ ਹੈ ਜੀ। ਸਾਡਾ ਉਹ ਕਿਉਂਕਿ ਉਹਦੇ ਲੋਕਾਂ ਦਾ ਕਸੂਰ ਥੋੜਾ ਜਿਹਾ ਪ੍ਰਸ਼ਾਸਨ ਦਾ ਜਾਂ MP ਦਾ ਜਾਂ ਤੁਹਾਡੇ ਸਰ ਹਾਈ ਕੋਰਟ ਦੇ ਸਟੇ ਲਾ ਦੇ
ਤੇ ਅਸੀਂ ਕੋਰਟ ਦੇ ਫਿਰ ਉੱਤੇ ਉਹਨੂੰ- ਨਾ ਉਹਦਾ ਤਾਂ ਕੋਈ ਕੋਰਟ ਤੋਂ ਉੱਤੇ ਹੱਲ ਮੈਂ ਕਿਹਨੇ ਹੈਗਾ ਕਰਨਾ ਜੀ ਉਹਦਾ? ਸਰ, ਕੋਰਟ ਤੋਂ ਉੱਤੇ ਦਾ ਨਾ ਮੈਂ ਹੈਗਾ ਨਾ ਮੈਂ ਸਮਝਦਾ ਕੋਈ ਵੀ ਕੋਰਟ ਤੋਂ ਉੱਪਰ ਤਾਂ ਕੋਈ ਵੀ ਨਹੀਂ ਹੈ। ਜੇ ਹਾਈ ਕੋਰਟ ਨੇ ਸਟੇ ਲਾਈ ਹੋਈ ਹੈ। ਟ੍ਰੈਫਿਕ ਦੀ ਤੇ ਪਾਰਕਿੰਗ ਦੀ ਗੱਲ ਨਹੀਂ ਕਰਨੀ, ਕਿਉਂਕਿ ਤੁਸੀਂ ਨਵੇਂ ਜੰਮੇ ਜੇ, ਤੁਸੀਂ ਤੇ ਹੁਣ ਜਦੋਂ ਸੱਤਾ ਜਾਓਗੇ ਤੁਹਾਨੂੰ ਫਿਰ ਪੁੱਛਾਂਗੇ। ਇਹਨਾਂ ਬਾਰੇ ਪੁੱਛ ਸਕਦੇ ਹੋ, ਨਾ ਤਾਂ ਇਹਨਾਂ ਕੋਲ ਨੀਤ ਕਰਨ ਦੀ, ਨਾ ਇਹਨਾਂ ਕੋਲ ਨੀਤੀਆਂ ਕਰਨ ਦੀਆਂ। ਪਾਰਕਿੰਗ ਦਾ ਏਜੰਡਾ 10 ਸਾਲ ਤੋਂ 9 ਸਾਲ ਹੋ ਗਏ ਮੈਡਮ ਕਿਰਨ ਖੇਰ ਨੂੰ ਜਾਂਦੇ ਹੋਏ ਦਿੱਲੀ ਪਾਰਲੀਮੈਂਟ 'ਚ। ਕੀ ਕੀਤਾ ਚੰਡੀਗੜ੍ਹ ਲਈ, ਕੀ ਲੈ ਕੇ ਆਏ ਆ? ਸਾਨੂੰ ਐਕਟਿੰਗ ਨਹੀਂ ਚਾਹੀਦੀ। ਮੈਂ ਬਾਰ-ਬਾਰ ਫਿਰ ਮਾਫੀ ਮੰਗਦਾ, ਤੁਸੀਂ ਮੈਨੂੰ ਕਿਹਾ ਸੀ ਐਕਟ ਉਹ ਹੈ, ਸਾਨੂੰ ਚੰਡੀਗੜ੍ਹ ਨੂੰ ਤੁਹਾਡੀ ਕੰਮ ਦੇਖਣੇ, ਤੁਹਾਡੇ ਅਸੀਂ ਟੀਵੀ ਸ਼ੋਅ ਨਹੀਂ ਦੇਖਣੇ। ਮੈਂ ਵੈਸੇ ਤੁਹਾਡੇ ਧਿਆਨ ਚ ਲਿਆਦਾ, ਸ਼ਾਇਦ ਧਿਆਨ ਚ ਨਾ ਹੋਵੇ। ਇੱਕ ਵਾਰੀ ਆਮ ਆਦਮੀ ਪਾਰਟੀ ਨੇ ਵੀ ਇੱਕ ਅਦਾਕਾਰਾ ਨੂੰ ਚੰਡੀਗੜ੍ਹ ਤੋਂ ਟਿਕਟ ਦਿੱਤੀ ਸੀ, ਗੁੱਲ ਪਨਾਗ ਨੂੰ। ਉਹ ਵੀ ਮੈਡਮ ਕਿਰਨ ਖੇਰ ਵਾਂਗ ਇੱਕ ਅਦਾਕਾਰਾ ਸੀ। ਔਰ ਹੋ ਸਕਦਾ ਆ ਜਿਹੜੀ ਆ ਰਹੀ ਇਲੈਕਸ਼ਨ 'ਚ ਫਿਰ ਤੁਹਾਡੇ ਤਿੰਨਾਂ 'ਚ ਕੋਈ ਇਦਾਂ ਦਾ ਉਮੀਦਵਾਰ ਉਤਾਰ ਦੇ। ਅਦਾਕਾਰ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਵੀ ਨੇ 24 ਘੰਟੇ ਦੇਖੋ, ਕਿੰਨਾ ਕਮਾਲ ਦਾ ਕੰਮ ਕਰਦੇ ਆ। ਦੇਖੋ ਤੁਸੀਂ ਰੋਡ ਤੇ 24 ਘੰਟੇ ਉਹ ਚੰਗਾ ਕੰਮ ਕਰਦੇ, ਇੱਧਰ ਤੁਸੀਂ ਕਹਿੰਦੇ ਜੇ ਐਕਟਰ ਜਾਂ ਐਕਟਿੰਗ ਕਰਦੇ। ਨਹੀਂ, ਮੈਂ ਕਹਿ ਰਿਹਾ ਵੀ ਇੱਕ ਜਿਹੜਾ ਅਹੁਦਾ ਇਹ ਨਹੀਂ ਹੈ ਕਿ ਐਕਟਰ ਸਾਰੇ ਨਿਕੰਮੇ ਨੇ, ਐਕਟਰ ਚੰਗੇ ਵੀ ਨੇ। ਘੜੀ ਜਿਹੜੀ ਆ ਘੂਰੀਆਂ ਵੱਟ ਰਹੀ ਹੈ, ਐਕਟਰ ਚੰਗੇ ਵੀ ਨੇ, ਮਾੜੇ ਵੀ ਨੇ। ਮੈਂ ਸਿੱਧੂ ਸਾਹਿਬ ਤੋਂ ਆਉਣ ਤੋਂ ਪਹਿਲਾਂ ਇੱਕ ਸਵਾਲ ਤੁਹਾਨੂੰ ਪੁੱਛਣਾ। ਜਸਵੀਰ ਸਿੰਘ ਲਾਡੀ ਚੰਡੀਗੜ੍ਹ ਦੇ ਜੱਦੀ ਵਸਨੀਕ ਨੇ। ਹਾਂਜੀ ਬਿਲਕੁਲ, ਚੰਡੀਗੜ੍ਹ ਸਾਡੀ ਜ਼ਮੀਨਾਂ 'ਚ ਵਸਿਆ। ਪੰਜਾਬੀ ਕਿੰਨੀ ਖੂਬਸੂਰਤ ਤੁਸੀਂ ਬੋਲਦੇ ਜੇ। ਬਤੌਰ ਕਾਉਂਸਲਰ ਜਿੰਨਾ ਕੁ ਤੁਹਾਡਾ ਜੀਵਨ ਹੋਇਆ 1.5 ਸਾਲ, ਚੰਡੀਗੜ੍ਹ ਦੀ ਸਰਕਾਰੀ ਭਾਸ਼ਾ 1 ਨਵੰਬਰ 1966 ਤੋਂ ਅੰਗਰੇਜ਼ੀ ਹੈ। ਭਾਵ ਇਹ 56 ਸਾਲਾਂ ਤੋਂ ਚੰਡੀਗੜ੍ਹ ਦੇ 13-14 ਲੱਖ ਲੋਕਾਂ ਦੀ ਮਾਂ ਬੋਲੀ ਦਾ, ਮੈਂ ਕਤਲ ਸ਼ਬਦ ਵਰਤ ਰਹਾ ਨਾ, ਬੜਾ ਸਖਤ ਕਤਲ ਕਰਕੇ ਹਾਕਮਾਂ ਨੇ ਸੰਵਿਧਾਨ ਦੀ ਉਲੰਘਣਾ ਕਰਕੇ ਅੰਗਰੇਜ਼ੀ ਕੀਤੀ ਹੈ। 1.5 ਸਾਲ 'ਚ ਤੁਸੀਂ ਕਦੀ ਵੀ ਕਿਤੇ 5 ਮਿੰਟ ਆਪਣੀ ਮਾਂ ਬੋਲੀ ਬਾਰੇ ਕੋਈ ਗੱਲ ਕੀਤੀ ਹੈ ਵੀ ਚੰਡੀਗੜ੍ਹ ਦੀ ਸਰਕਾਰੀ ਭਾਸ਼ਾ ਪੰਜਾਬੀ ਹੋਣੀ ਚਾਹੀਦੀ? ਮੇਰੀ ਮੀਟਿੰਗ ਹੋਈ ਸੀ ਸ਼ਰਮਾ ਜੀ ਪਿੱਛੇ, ਲੱਗਦਾ ਮੈਨੂੰ ਨਾਂ ਨਹੀਂ ਉਹਨਾਂ ਦਾ ਪਤਾ, ਬਜ਼ੁਰਗ ਨੇ ਮੇਰੀ ਕਈ ਵਾਰ ਕਾਲ ਤੇ ਉਹਨਾਂ ਨਾਲ ਗੱਲ ਹੋਈ ਹੈ। ਤੇ ਮੈਂ ਸਰਕਾਰ ਦੀ ਗੱਲ ਕਰਦਾ, ਮੈਂ ਉਹਨਾਂ ਦੀ ਗੱਲ ਕਰਦਾ, ਮੈਂ ਉਹਨਾਂ ਨਾਲ ਗੱਲ ਵੀ ਕੀਤੀ ਹੈ। ਕਿਉਂਕਿ ਮੇਰਾ ਜਿਹੜਾ ਫਰਜ਼ ਹੈ, ਦੇਖੋ ਮੇਰਾ ਕਾਰਪੋਰੇਸ਼ਨ ਦੇ ਨਾਲ ਮੇਰਾ ਫਰਜ਼ ਹੈ, ਉਹਦੇ ਵਿੱਚ ਮੈਂ ਆਪਣਾ 100% ਦੇ ਰਿਹਾ। ਪੰਜਾਬੀ ਭਾਸ਼ਾ ਲਈ ਮੈਂ ਆਪਣੀ 100 ਪੰਜਾਬੀ 'ਚ ਚੁੱਕੀ ਹੈ ਤੇ ਏਜੰਡਾ ਸਪੈਸ਼ਲ ਲਿਖ ਕੇ ਦਿਓ ਹੈ ਮੈਨੂੰ, ਪੰਜਾਬੀ 'ਚ ਏਜੰਡਾ ਚਾਹੀਦਾ, ਨਾਲ ਇੰਗਲਿਸ਼ ਵੀ ਆਉਂਦਾ। ਤੇ ਜਿੱਥੇ ਵੀ ਲੋੜ ਪਏਗੀ ਪੰਜਾਬੀ ਵਾਸਤੇ ਤੇ ਆਪਾਂ ਆਵਾਂਗੇ। ਕੋਈ ਕਮੇਟੀ ਸੁਸਾਇਟੀ ਭਾਵੇਂ ਸਾਨੂੰ ਆਪ ਅੱਗੇ ਬੋਲਣਾ ਪਏ, ਅਸੀਂ ਬੋਲਾਂਗੇ। ਸਿੱਧੂ ਸਾਹਿਬ ਬਹੁਤ ਸਟਰੋਂਗ ਪਾਰਟੀ ਦੇ ਤੁਸੀਂ ਲੀਡਰ ਜੇ, ਕਾਉਂਸਲਰ ਜੇ, ਸੀਨੀਅਰ ਡਿਪਟੀ ਮੇਅਰ ਰਹੇ ਤੁਸੀਂ, ਤੁਹਾਨੂੰ ਕੰਮ ਕਰਨਾ ਵੀ ਹੁੰਦਾ, ਤੁਹਾਡੀ ਸੋਚ ਵੀ ਬੜੀ ਵਧੀਆ। ਕਿਤੇ ਮਹਿਸੂਸ ਨਹੀਂ ਕਰੀ ਹੁੰਦਾ ਵੀ ਮਹੇਸ਼ਿੰਦਰ ਸਿੱਧੂ ਜਦੋਂ ਚੰਡੀਗੜ੍ਹ ਦੀਆਂ ਸੜਕਾਂ ਤੇ ਘੁੰਮਦਾ ਤੇ ਉਹਨੂੰ ਕਿਤੇ ਮਨ 'ਚ ਦੁੱਖ ਜਾਂ ਨਹੀਂ ਨਿਕਲਦਾ, ਰੜਕ ਜੀ ਨਹੀਂ ਆਉਂਦੀ ਵੀ ਯਾਰ ਮੇਰੀ ਮਾਂ ਬੋਲੀ ਕਿੱਥੇ ਹੈ? ਬਿਲਕੁਲ ਜੀ, ਤੁਸੀਂ ਚੰਡੀਗੜ੍ਹ ਬਿਲਕੁਲ ਪੰਜਾਬ ਦੀ ਰਾਜਧਾਨੀ, ਭਾਵੇਂ ਤੁਹਾਨੂੰ ਇਹ ਗੱਲ ਕੌੜੀ ਲੱਗੂਗੀ ਕਿਉਂਕਿ ਤੁਸੀਂ ਕਾਉਂਸਲਰ ਬਣ ਕੇ ਕਹਿੰਦੇ ਡਿਊਟੀ ਰਹਿਣਾ ਚਾਹੀਦਾ, ਚਲੋ ਉਹ ਆਪੋ ਆਪਣੇ ਵਿਚਾਰ ਨੇ। ਇਹ ਅੰਗਰੇਜ਼ੀ ਕਿੱਥੋਂ ਆ ਗਈ? ਕਿਸੇ ਵੀ ਕਲੋਨੀ 'ਚ, ਕਿਸੇ ਝੁੱਗੀ 'ਚ, ਕਿਸੇ ਕੋਠੀ 'ਚ, ਕਿਸੇ ਮੁਹੱਲੇ 'ਚ ਕੋਈ ਇੱਕ ਵੀ ਬੰਦਾ ਹੈਗਾ ਜਿਹਦੀ ਮਦਰ ਟੰਗ ਅੰਗਰੇਜ਼ੀ ਹੈ? ਫਿਰ ਉਹਦੇ ਬਾਰੇ ਕਿਉਂ ਨਹੀਂ ਤੁਸੀਂ ਕਦੀ ਨਾਅਰਾ ਲਾਇਆ? ਲੋਚਨ ਜੀ, ਅਸੀਂ ਹਮੇਸ਼ਾ ਇਸ ਗੱਲ ਦੀ ਰੱਖਦੇ ਹਾਂ ਔਰ ਸਾਡੇ ਸੰਸਦ ਮੈਡਮ ਵੀ ਰੱਖਦੇ। ਤੁਸੀਂ ਇਹ ਮੰਨੋਗੇ ਪਹਿਲੀ ਵਾਰ ਹੋਇਆ ਸੀ ਇਹ ਭਾਰਤੀ ਜਨਤਾ ਪਾਰਟੀ ਦੇ ਪਾਰਸ਼ਦ ਸਾਡੇ ਜਦੋਂ ਮੇਅਰ ਬਣਨੇ ਸ਼ੁਰੂ ਹੋਏ 2016 ਔਨਵਰਡ, ਸਾਡੇ ਮੇਅਰਾਂ ਦੀ ਅੱਜ ਵੀ ਤੁਸੀਂ ਕਾਰਪੋਰੇਸ਼ਨ ਜਾਓਗੇ, ਮੇਅਰ ਦੀ ਤਖਤੀ ਪੰਜਾਬੀ 'ਚ ਲਿਖੀ ਜਾਂਦੀ ਹੈ। ਉੱਥੇ ਤਿੰਨੋਂ ਭਾਸ਼ਾ ਲਿਖੀ ਜਾਂਦੀ ਹੈ, ਲੇਕਿਨ ਪੰਜਾਬੀ 'ਚ ਅੱਜ ਤੋਂ ਪਹਿਲਾਂ ਕਦੇ ਵੀ ਨਹੀਂ ਲਿਖੀ ਜਾਂਦੀ ਸੀਗੀ। ਅਫੀਸ਼ੀਅਲ ਲੈਂਗੁਏਜ ਕੀ ਹੈ ਚੰਡੀਗੜ੍ਹ ਪ੍ਰਸ਼ਾਸਨ ਦੀ? ਸਾਡੀ ਉੱਥੇ ਪੰਜਾਬੀ ਲਿਖੀ ਜਾਂਦੀ ਹੈ ਜੀ। ਅਫੀਸ਼ੀਅਲ ਲੈਂਗੁਏਜ ਕੀ ਹੈ ਚੰਡੀਗੜ੍ਹ ਪ੍ਰਸ਼ਾਸਨ? ਸਰ ਅਸੀਂ ਹਰ ਜਗ੍ਹਾ ਜੋ ਹੈ ਮੁੱਦਾ ਰੱਖਦੇ ਹਾਂ। ਸਰ ਅਸੀਂ ਹਰ ਜਗ੍ਹਾ ਰੱਖਦੇ ਹਾਂ ਕਿ ਪੰਜਾਬੀ ਤਿੰਨੋਂ ਭਾਸ਼ਾ ਹੋਣੀ ਚਾਹੀਦੀ ਹੈ, ਪੰਜਾਬੀ ਵੀ ਲਿਖੀ ਜਾਣੀ ਚਾਹੀਦੀ। ਸਭ ਤੋਂ ਪਹਿਲੇ ਨੰਬਰ ਤੇ ਪੰਜਾਬੀ ਲਿਖਣੀ ਚਾਹੀਦੀ। ਔਰ ਮੈਂ ਇਕੱਲਾ ਨਹੀਂ ਕਹਿੰਦਾ, ਮੇਰੀ ਪਾਰਟੀ ਵੀ ਕਹਿੰਦੀ ਹੈ, ਸਾਡੀ ਸੰਸਦ ਵੀ ਕਹਿੰਦੀ ਹੈ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ ਔਰ ਪੰਜਾਬ ਚੰਡੀਗੜ੍ਹ ਜੋ ਹੈ ਪੰਜਾਬੀ ਬਿਲਕੁਲ ਪਹਿਲੇ ਨੰਬਰ ਤੇ ਹੋਣੀ ਚਾਹੀਦੀ। ਮਿਹਰਬਾਨੀ। ਚੰਡੀਗੜ੍ਹ ਦੇ ਲੱਖਾਂ ਲੋਕਾਂ ਤੋਂ ਇਹੀ ਤੁਹਾਡੇ ਰਾਹੀਂ ਕਾਮਨਾ ਕਰਦੇ ਆ ਵੀ ਚੰਡੀਗੜ੍ਹ 'ਚ ਜਿਹੜੀ ਇੱਕ ਬਹੁਤ ਕੂੜੇ ਦੇ ਢੇਰ ਦੀ ਸਮੱਸਿਆ ਜਲਦੀ ਹੱਲ ਹੋਵੇ।